ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਜਿਹੜਾ ਇਹ ਸਿਹਤ ਸੰਬੰਧੀ ਸਾਡਾ ਟੌਪਿਕ ਹੈ, ਅੱਜ ਆਪਾਂ ਗੱਲ ਕਰਾਂਗੇ ਜੀ ਥਾਇਰਾਇਡ ਰਿਲੇਟਡ ਡਿਜ਼ੀਜ਼ ਹੈ ਜਿਹੜੀ ਜੀ ਬਹੁਤ ਸਾਰੇ ਲੋਕ ਨੇ ਜੀ ਜਿਹੜੇ ਇਸ ਸਮੱਸਿਆ ਤੋਂ ਪੀੜਤ ਨੇ ਤੇ ਲਗਾਤਾਰ ਦਵਾ ਖਾ ਰਹੇ ਨੇ। ਹਾਂਜੀ। ਤੇ ਅੱਜ ਅਸੀਂ ਥਾਇਰਾਇਡ ਦੀ ਦਵਾ ਜਿਹੜੀ ਹੈ ਇਹਦੇ ਤੋਂ ਛੁਟਕਾਰਾ ਪਾਵਾਂਗੇ। ਬਹੁਤ ਹੀ ਆਸਾਨ ਹੈ, ਬਹੁਤ ਈਜ਼ੀ ਹੈ, ਕਿਉਂਕਿ ਅਸਲ 'ਚ ਜੀ ਬਿਮਾਰੀ ਨੂੰ ਇਲਾਜ ਕਰਨ ਤੋਂ ਪਹਿਲਾਂ ਉਹਨੂੰ ਸਮਝਣਾ ਜ਼ਰੂਰੀ ਹੈ ਕਿ ਉਹ ਹੁੰਦੀ ਕਿਉਂ ਹੈ ਜੀ, ਉਹਦੇ ਪਿੱਛੇ ਕਾਰਨ ਕੀ ਹੁੰਦਾ ਹੈ। ਹਾਂਜੀ। ਇਹੀ ਇੱਕ ਜਿਹੜੀ ਵਿਡੰਬਣਾ ਹੈ ਸਾਡੀ, ਇਹੀ ਇੱਕ ਚੀਜ਼ ਹੈ ਕਿ ਅਸੀਂ ਲਗਾਤਾਰ ਦਵਾਈਆਂ ਖਾ ਰਹੇ ਹਾਂ, ਲੇਕਿਨ ਅਸੀਂ ਕਦੀ ਵੀ ਇਸ ਪਾਸੇ ਨੂੰ ਸੋਚਿਆ ਵੀ ਨਹੀਂ ਕਿ ਅਸੀਂ ਪਤਾ ਨਾ ਕਰੀਏ ਕਿ ਬਿਮਾਰੀ ਹੁੰਦੀ ਕਿਉਂ ਹੈ। ਹੁੰਦੀ ਕਿਉਂ ਹੈ, ਸੱਚੀ ਗੱਲ ਹੈ ਨਾ। ਤੇ ਅਸੀਂ ਇੰਨੀ ਬੁਰੀ ਤਰ੍ਹਾਂ ਨਿਰਭਰ ਹੋ ਗਏ ਹਾਂ ਡਾਕਟਰਾਂ ਤੇ, ਦਵਾਈਆਂ ਤੇ, ਕਿ ਅਸੀਂ ਇਹ ਸਮਝਦੇ ਨਹੀਂ। ਸਾਨੂੰ ਇੱਕ ਨਾ ਇੱਕ ਭਰਮ, ਇੱਕ ਭੁਲੇਖਾ ਇਹ ਪੈ ਗਿਆ ਕਿ ਇਲਾਜ ਜਿਹੜਾ ਉਹ ਸਿਰਫ ਇੱਕ ਖਾਸ ਤਰ੍ਹਾਂ ਦੀ ਪੜ੍ਹਾਈ ਕਰਨੀ ਪੈਂਦੀ ਹੈ, ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਹੀ ਇਲਾਜ ਕੀਤਾ ਜਾ ਸਕਦਾ ਹੈ ਜੀ। ਤੇ ਉਹ ਜਿਹੜੇ ਲੋਕ ਜਿਨ੍ਹਾਂ ਕੋਲ ਇਹ ਪੜ੍ਹਾਈ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਅਸੀਂ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਾਂ ਉਹਨਾਂ ਅੱਗੇ ਕਿ ਅਸੀਂ ਹੁਣ ਤੁਹਾਡੀ ਵਾਸਤਾ, ਤੁਸੀਂ ਜੋ ਕਰੋਗੇ ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ ਤੇ ਜੋ ਜੋ ਤੁਸੀਂ ਕਹੋਗੇ ਅਸੀਂ ਉਵੇਂ ਕਰਦੇ ਰਹਾਂਗੇ। ਲੇਕਿਨ ਮਤਲਬ ਚੰਗੀ ਗੱਲ ਨਹੀਂ ਹੈ ਇਹ, ਕਿਉਂਕਿ ਅਸਲ 'ਚ ਅਸੀਂ ਲਗਾਤਾਰ ਦਵਾਈਆਂ ਖਾ ਵੀ ਰਹੇ ਹਾਂ ਤੇ ਸਿਹਤ ਸਾਨੂੰ ਫਿਰ ਵੀ ਮਿਲ ਨਹੀਂ ਰਹੀ। और मैं माफी चाहूंगी जी, मैं माफी चाहूंगी थोड़ा जिहा इत्थे ਤੁਹਾਡੀ ਆਵਾਜ਼ ਕੋਈ ਮੈਨੂੰ ਰਿਪੀਟ ਆ ਰਹੀ ਹੈ, ਹੈਡਫੋਨ ਵਗੈਰਾ ਕੋਈ ਸਾਰੀ ਮੇਰੀ ਆਵਾਜ਼ ਮੈਨੂੰ ਵਾਪਸ ਆ ਰਹੀ ਹੈ। ਓਹੋ, ਕਿਉਂ ਹੈ ਜੀ? ਫਿਰ ਇਹ ਤੁਹਾਡੇ ਵੱਲੋਂ ਪ੍ਰੋਬਲਮ ਹੈ ਕਿ ਮੇਰੇ ਵੱਲੋਂ ਕੋਈ ਪ੍ਰੋਬਲਮ ਹੈ? ਨਹੀਂ, ਮੇਰਾ ਸਿਸਟਮ ਸਾਰਾ ਸੇਮ ਹੈ, ਕੁਛ ਤੁਹਾਡੇ ਵੱਲੋਂ। ਦੇਖਿਓ ਹੁਣ ਬੋਲਿਓ ਤੁਸੀਂ ਪਲੀਜ਼। ਹਾਂ ਹੁਣ ਓਕੇ ਹੈ ਜੀ। ਹਾਂਜੀ ਚਲੋ ਠੀਕ ਹੈ। ਥੋੜੀ ਜਿਹੀ ਹੈ, ਕੋਈ ਨਾ, ਮੈਂ ਮੈਨੇਜ ਕਰ ਲੂੰਗੀ। ਮੈਂ ਇਹ ਕਹਿ ਰਹੀ ਸੀਗੀ ਕਿ ਜਦੋਂ ਮੈਨੂੰ ਥਾਇਰਾਇਡ ਦਾ ਟੈਸਟ ਮੇਰਾ ਆਇਆ ਸੀ ਨਾ, ਮੈਂ ਛੋਟੀ ਜਿਹੀ ਗੱਲ ਦੱਸਦੀ ਹਾਂ, ਮੈਨੂੰ ਨਹੀਂ ਪਤਾ ਸੀ ਮੈਨੂੰ ਥਾਇਰਾਇਡ ਹੈ, ਮੈਨੂੰ ਨਹੀਂ ਪਤਾ ਸੀ। ਮੇਰਾ ਜਿਹੜਾ ਡਬਲ ਚਿਨ ਬਣਨੀ ਸ਼ੁਰੂ ਹੋਈ, ਜਿਹਨੂੰ ਕਹਿ ਦਈਏ ਕਿ ਗਰਦਨ ਦਾ ਮਾਸ ਲਮਕਣਾ ਸ਼ੁਰੂ ਹੋਇਆ। ਹੁਣ ਮੈਂ ਕਾਫੀ ਹੱਦ ਤੱਕ ਜਿਹੜਾ ਇਹਨੂੰ ਐਕਸਰਸਾਈਜ਼ ਦੇ ਨਾਲ ਔਰ ਆਪਣੇ ਖਾਣ ਪੀਣ ਦੇ ਨਾਲ ਕੰਟਰੋਲ ਕਰ ਰਹੀ ਹਾਂ, ਕਿਉਂਕਿ ਮੈਡੀਸਨ ਮੈਂ ਤੁਹਾਨੂੰ ਦੱਸ ਚੁੱਕੀ ਕਿ ਮੈਂ ਇਹਦੀ ਛੱਡ ਚੁੱਕੀ ਹਾਂ। ਤੋ ਉਦੋਂ ਤੇ ਥੋੜਾ ਮੇਰਾ ਫੇਸ ਦਾ ਜਿਹੜਾ ਹੈਵੀ ਹੋਣਾ ਸ਼ੁਰੂ ਹੋਇਆ, ਕਿਉਂਕਿ ਮੇਰੀ ਬੋਡੀ ਵੈਸੇ ਠੀਕ ਹੈ, ਮੇਰੀਆਂ ਬਾਹਾਂ ਪਤਲੀਆਂ ਨੇ। ਤੋ ਮੈਨੂੰ ਸਾਰੇ ਕਹਿੰਦੇ ਕਿ ਇਹਦਾ ਮੂੰਹ ਜਿਹੜਾ ਇੱਕਦਮ ਭਾਰੀ ਹੋ ਰਿਹਾ, ਤੂੰ ਥਾਇਰਾਇਡ ਚੈੱਕ ਕਰਾ। ਹੁਣ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀ। ਮੈਂ ਜਿਹੜਾ ਤੁਸੀਂ ਤੁਹਾਡੇ ਸਵਾਲ ਤੇ ਇੱਕ ਸਵਾਲ ਦੱਸਣ ਲੱਗੀ ਹਾਂ, ਜਿਹੜਾ ਤੁਸੀਂ ਕਿਹਾ ਕਿ ਅਸੀਂ ਡਾਕਟਰ ਨੂੰ ਪੁੱਛਦੇ ਨਹੀਂ ਕਿ ਮੈਨੂੰ ਇਹ ਰੋਗ ਹੋਇਆ ਕਿਉਂ, ਤੇ ਮੈਂ ਪੁੱਛਿਆ ਸੀ ਉਹਨਾਂ ਨੂੰ। ਮੈਂ ਕਿਹਾ ਵੀ ਸਰ ਇਹ ਥਾਇਰਾਇਡ ਹੁੰਦਾ ਕੀ ਹੈਗਾ? ਉਹਨਾਂ ਨੇ ਮੈਨੂੰ ਬਸ ਆਹੀ ਦੱਸਿਆ ਸੀਗਾ ਕਿ ਏਦਾਂ ਫੇਸ ਹੈਵੀ ਹੋ ਜਾਂਦਾ ਹੈ, ਮੋਟਾਪਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਰੀ ਬੋਡੀ ਮਤਲਬ ਫੁੱਲਣੀ ਸ਼ੁਰੂ ਹੋ ਜਾਂਦੀ ਹੈ। ਮੈਂ ਕਿਹਾ ਮੇਰੀ ਸਾਰੀ ਬੋਡੀ ਤਾਂ ਠੀਕ ਆ, ਵੀ ਇਕੱਲਾ ਮੇਰਾ ਫੇਸ ਹੈਵੀ ਹੋ ਰਿਹਾ, ਮੈਨੂੰ ਫੇਸ ਦਾ ਨਹੀਂ ਪਤਾ ਵੀ। ਜਾਂ ਤਾਂ ਮੇਰੇ ਇਹ ਹੈ ਕਿ ਮੇਰੇ ਸਰਵਾਈਕਲ ਕਰਕੇ ਜਾਂ ਮੇਰਾ ਮਾਈਗ੍ਰੇਨ ਕਰਕੇ ਕੁਝ ਮੇਰੇ ਨਸਾਂ ਨੇ, ਕਿਉਂਕਿ ਹੁਣ ਮੈਂ ਤੁਹਾਨੂੰ ਦੱਸਾਂ, ਮੈਂ ਪਿੱਛੇ 2 ਦਿਨ ਜਿਹੜਾ ਮੈਂ ਬਿਮਾਰ ਰਹੀ ਹਾਂ, ਮੈਂ ਸਿਟੀ ਸਕੈਨ ਵੀ ਆਪਣਾ ਕਰਵਾਇਆ ਸੀਗਾ, ਜਿਸ ਦੇ ਵਿੱਚ ਥੈਂਕ ਗॉड ਮੈਨੂੰ ਕੁਝ ਨਹੀਂ ਆਇਆ। ਮੈਨੂੰ ਇਹ ਸੀਗਾ ਮੇਰੀਆਂ ਨਰਵਸ ਜ਼ਿਆਦੀਆਂ ਕਮਜ਼ੋਰ, ਉਹਨਾਂ ਨੇ ਦੱਸਿਆਗਾ ਵੀ ਉਹ ਅੱਛਾ। ਈਵਨ ਕਿ ਬੈਸਟ ਮੈਨੂੰ ਵਧੀਆ ਸਲਾਹ ਲੱਗੀ ਉੱਥੇ ਜੋ ਬॉयਜ਼ ਜਿਨ੍ਹਾਂ ਨੇ ਚੈੱਕ ਕੀਤਾ, ਉਹਨਾਂ ਨੇ ਇਹ ਚੀਜ਼ ਕਹੀ ਕਿ ਮੈਡਮ ਦਵਾਈ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਪਹਿਲੀ ਵਾਰ ਮੈਂ ਇਹ ਚੀਜ਼ ਨੂੰ ਦੇਖਿਆ। ਉਹ ਕਹਿੰਦੇ ਵੀ ਨਰਵਸ ਤੁਹਾਡੀਆਂ ਥੋੜੀਆਂ ਜਿਹੀਆਂ ਕਮਜ਼ੋਰ ਨੇ, ਕਿਉਂਕਿ ਤੁਹਾਡਾ ਕੰਮ ਸਾਰਾ ਬੋਲਣ ਦਾ, ਸੁਣਨ ਦਾ, ਹੈੱਡਫੋਨ ਰਹਿੰਦੇ ਆ ਤੁਹਾਡੇ ਕੰਨਾਂ ਤੇ ਸਵੇਰ ਤੱਕ, ਇਸ ਲਈ ਥੋੜੀਆਂ ਜਿਹੀ ਐਕਸਰਸਾਈਜ਼ ਤੁਸੀਂ ਜਿਹੜੀਆਂ ਕਰਿਆ ਕਰੋ ਬ੍ਰੇਨ ਦੀਆਂ। ਅਦਰਵਾਈਜ਼ ਤੁਹਾਨੂੰ ਮੈਡੀਸਨ ਲੈਣ ਦੀ ਕੋਈ ਜ਼ਰੂਰਤ ਨਹੀਂ। ਤੁਹਾਨੂੰ ਜਿਹੜਾ ਸਾਰਾ ਤੁਹਾਡਾ ਉਹ ਕਲੀਅਰ ਆਇਆ ਟੈਸਟ। ਤਾਂ ਮੈਨੂੰ ਥੈਂਕ ਗॉड ਕੱਲ ਮੇਰੀ ਰਿਪੋਰਟ ਆਈ ਤੇ ਮੈਨੂੰ ਚਾਹ ਜਿਹਾ ਚੜ ਗਿਆ। ਮੈਂ ਸ਼ੁਕਰ ਹੈ, ਨਹੀਂ ਮੈਨੂੰ ਤਾਂ ਹੀ ਸੀ ਕੋਈ ਟਿਮੋ ਟੰਮਰ ਨਾ ਦੱਸ ਦੇਣ ਵੀ ਹੋ ਗਿਆ ਭਾਈ ਤੇਰੇ ਦਿਮਾਗ 'ਚ ਜਿਹੜਾ ਇੰਨਾ ਸਿਰ ਦਰਦ। ਸੋ ਫਿਰ ਸ਼ਾਇਦ ਕਪੂਰਥਲੇ ਡੇਰੇ ਲਾਉਣੇ ਪੈ ਜਾਂਦੇ ਮੈਨੂੰ। ਸੋ ਡਾਕਟਰ ਸਾਹਿਬ, ਮੈਂ ਜਿਹੜੀ ਥਾਇਰਾਇਡ ਦੀ ਗੱਲ ਕਰਦੀ ਸੀ, ਮੈਨੂੰ ਸਿਰਫ ਉਹਨਾਂ ਨੇ ਇਹ ਸਿਸਟਮ ਦੱਸਿਆ ਸੀ ਕਿ ਤੁਹਾਡਾ ਜਿਹੜਾ ਇਹ ਫੇਸ ਦਾ ਹੈਵੀ ਹੋਣਾ ਥਾਇਰਾਇਡ ਦੀ ਨਿਸ਼ਾਨੀ ਆ। ਔਰ ਕੁਝ ਮੈਨੂੰ ਥਾਇਰਾਇਡ ਉਹਨਾਂ ਨੇ ਟੈਬਲੇਟ ਦਿੱਤੀਆਂ ਸੀ ਜੋ ਅਰਲੀ ਮਾਰਨਿੰਗ ਆਪਾਂ ਖਾਣੀਆਂ ਹੁੰਦੀਆਂ ਸੀ। ਸੋ ਬਟ ਹੁਣ ਮੈਨੂੰ ਲੱਗਦਾ ਮੈਂ 1.5 ਮਹੀਨੇ ਦਾ ਛੱਡ ਕੇ ਹੁਣ ਮੈਂ ਇੱਕ ਐਕਸਰਸਾਈਜ਼ ਜੁਆਇਨ ਕੀਤੀ ਆ
ਫੇਸ ਦੀ ਔਰ ਸਾਰੀ ਬੋਡੀ ਦੀ ਮੈਂ ਐਕਸਰਸਾਈਜ਼ ਕਰਦੀ ਹਾਂ। ਮਾਰਨਿੰਗ ਮੈਂ 4:45 ਤੋਂ ਆਪਣੇ ਟਾਈਮ ਨੂੰ ਸੈਟਅਪ ਲਾਇਆ ਹੋਇਆ ਔਰ ਮੈਂ 5:15 ਵਜੇ ਤੱਕ ਦਾ ਇਹ ਟਾਈਮ ਲੈ ਕੇ ਚੱਲੀ ਹੋਈ ਹਾਂ। ਤਾਂ ਮੈਨੂੰ ਲੱਗਦਾ ਮੈਂ ਅੱਗੇ ਨਾਲੋਂ ਇਸ ਚੀਜ਼ਾਂ ਤੋਂ ਰਿਲੈਕਸ ਹੈ। ਹਾਂਜੀ, ਸੋ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਪੈਨ ਤੇ ਡਾਇਰੀ ਚੱਕ ਲਓ। ਜਿਹੜੀ ਚੀਜ਼ ਤੁਹਾਨੂੰ ਨੋਟਿਸ ਦੇ ਵਿੱਚ ਲਿਖਿਆ ਜ਼ਰੂਰ ਕਰੋ। ਤੁਹਾਨੂੰ ਨਹੀਂ ਜ਼ਰੂਰਤ ਕਿਸੇ ਨੂੰ, ਜਿਵੇਂ ਹੁਣ ਤੁਹਾਨੂੰ ਤੁਸੀਂ ਤੰਦਰੁਸਤ ਸੀ ਬਟ ਮੈਂ ਇਸ ਤੋਂ ਪੀਰੀਅਡ ਸੀਗੀ, ਮੈਨੂੰ ਜਦੋਂ ਇਹ ਚੀਜ਼ਾਂ ਦਾ ਪਤਾ ਲੱਗਿਆ ਤਾਂ ਮੈਂ ਆਪਣਾ ਇਲਾਜ ਸ਼ੁਰੂ ਕੀਤਾ। ਇਸ ਲਈ ਕਿਸੇ ਨੂੰ ਦੱਸਿਆ ਜ਼ਰੂਰ ਕਰੋ, ਡਾਇਰੀ ਪੈਨ ਲੈ ਕੇ ਨੋਟ ਜ਼ਰੂਰ ਕਰਿਆ ਕਰੋ। ਹਾਂਜੀ ਡਾਕਟਰ ਸਾਹਿਬ ਜੀ, ਤੇ ਅੱਜ ਆਪਾਂ ਸਮਝਾਂਗੇ ਹੁੰਦਾ ਕੀ ਹੈ ਥਾਇਰਾਇਡ, ਕਿਉਂ ਬੰਦਾ ਅਚਾਨਕ ਮੋਟਾ ਹੋਣਾ ਸ਼ੁਰੂ ਹੋ ਜਾਂਦਾ, ਕਿਉਂ ਅਚਾਨਕ ਪਤਲਾ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ, ਇਹ ਜ਼ਰੂਰੀ ਨਹੀਂ ਹੈ ਕਿ ਮੋਟਾ ਹੋਵੇ, ਪਤਲੇ ਕੁਝ ਲੋਕਾਂ ਦਾ ਭਾਰ ਬਿਲਕੁਲ ਬਹੁਤ ਸੁੱਕਣਾ ਸ਼ੁਰੂ ਹੋ ਜਾਂਦੇ ਨੇ ਕੁਝ ਲੋਕ ਜੀ। ਇਹ ਦੋਨੋਂ ਹੀ ਸਿੰਪਟਮ ਥਾਇਰਾਇਡ ਦੇ ਦੱਸੇ ਜਾਂਦੇ ਆ ਵੀ ਜਾਂ ਤਾਂ ਬੰਦਾ ਅਚਾਨਕ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਬੰਦਾ ਅਚਾਨਕ ਪਤਲਾ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਠੀਕ ਹੈ। ਅਸਲ ਚ ਕੀ ਹੈ ਜੀ, ਆਪਾਂ ਪੂਰੀ ਡਿਟੇਲ ਤੇ ਇਹਦੇ ਤੇ ਗੱਲ ਕਰਾਂਗੇ, ਸਾਰੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਅਸੀਂ ਖਾਣਾ ਖਾਂਦੇ ਹਾਂ, ਉਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਲੋਕ ਇਹ ਕਹਿੰਦੇ ਨੇ ਕਿ ਦੁੱਧ ਪੀਓ ਜੀ, ਕੈਲਸ਼ੀਅਮ ਅਗਰ ਚਾਹੀਦਾ ਹੈ ਤਾਂ ਦੁੱਧ ਪੀਣਾ ਚਾਹੀਦਾ, ਸਾਨੂੰ ਬਹੁਤ ਸਾਰਾ ਦੁੱਧ ਪੀਓ ਤਾਂ ਕੈਲਸ਼ੀਅਮ ਸਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ, ਕੈਲਸ਼ੀਅਮ ਮਿਲੇਗਾ। ਜੀ, ਸਭ ਤੋਂ ਪਹਿਲਾਂ ਤਾਂ ਇਸੇ ਮਾਮਲੇ ਨੂੰ ਹੱਲ ਕਰਦੇ ਹਾਂ ਜੀ ਕਿ ਅਸਲ 'ਚ ਪਹਿਲਾਂ ਵੀ ਗੱਲ ਹੋਈ ਆਪਣੀ ਕਿ ਕੱਲਾ ਮਨੁੱਖ ਹੈ ਪੂਰੀ ਨੇਚਰ ਦੇ ਵਿੱਚ, ਪੂਰੀ ਸ੍ਰਿਸ਼ਟੀ ਦੇ ਵਿੱਚ ਕੱਲਾ ਮਨੁੱਖ ਹੈ ਜਿਹੜਾ ਸਾਰੀ ਉਮਰ ਦੁੱਧ ਪੀਂਦਾ। ਹਾਂਜੀ, ਹੋਰ ਕੋਈ ਜੀਵ ਜੰਤੂ ਜਿਹੜਾ, ਹੋਰ ਕੋਈ ਥਣਧਾਰੀ ਜੀਵ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਵੀ ਬੱਚਾ ਜਾਂ ਕੋਈ ਵੀ ਜੀਵ ਜਿਹੜਾ ਉਹ ਸਾਰੀ ਉਮਰ ਦੁੱਧ ਨਹੀਂ ਪੀਂਦਾ। ਔਰ ਦੂਜੇ ਜਾਨਵਰ ਦਾ ਦੁੱਧ ਕੋਈ ਜਾਨਵਰ ਨਹੀਂ ਪੀਂਦਾ ਜੀ। ਮਨੁੱਖ ਇੱਕ ਇਹੋ ਜਿਹਾ ਪ੍ਰਾਣੀ ਹੈ ਜਿਹੜਾ ਦੂਜੇ ਜਾਨਵਰਾਂ ਦਾ ਦੁੱਧ ਵੀ ਪੀਂਦਾ, ਉਹ ਸਾਰੀ ਉਮਰ ਦੁੱਧ ਪੀ ਜਾਂਦਾ। ਤੇ ਆਪਾਂ ਦੇਖਦੇ ਹਾਂ ਕਿ ਮੁਰਗੀ ਜਿਹੜਾ ਅੰਡਾ ਦਿੰਦੀ ਉਹਦੇ ਚ ਕੈਲਸ਼ੀਅਮ ਹੁੰਦਾ ਜੀ, ਬਲਕਿ ਅੰਡੇ ਵਿੱਚ ਜਿਹੜਾ ਉੱਪਰਲਾ ਖੋਲ ਹੁੰਦਾ, ਛਿਲਕਾ ਹੁੰਦਾ, ਉਹ ਸਾਰਾ ਕੈਲਸ਼ੀਅਮ ਦਾ ਬਣਿਆ ਹੁੰਦਾ ਜੀ। ਤਾਂ ਹੁਣ ਆਪਾਂ ਇਹ ਦੇਖ ਲਈਏ ਵੀ ਮੁਰਗੀ ਕਿੰਨਾ ਕੁ ਦੁੱਧ ਪੀਂਦੀ ਹੈ। ਸਹੀ ਹੈ ਹੈ ਨਾ ਜੀ। ਉਹ ਇੰਨਾ ਸਾਰਾ ਕੈਲਸ਼ੀਅਮ, ਉਹਦੇ ਅੰਡੇ 'ਚ ਵੀ ਕੈਲਸ਼ੀਅਮ ਹੁੰਦਾ, ਉਹਦਾ ਖੋਲ ਜਿਹੜਾ ਛਿਲਕਾ ਹੁੰਦਾ ਸਾਰਾ ਕੈਲਸ਼ੀਅਮ ਤੋਂ ਬਣਿਆ ਹੁੰਦਾ। ਜਿਵੇਂ ਹੀ ਗਾਂ ਜਾਂ ਮੱਝ ਜਿਹਦੇ ਦੁੱਧ 'ਚ ਅਸੀਂ ਕਹਿੰਦੇ ਕੈਲਸ਼ੀਅਮ ਹੁੰਦਾ, ਤੇ ਗਾਂ ਜਾਂ ਮੱਝ ਜਿਹੜੀ ਹੈ ਆਪ ਕਿੰਨਾ ਕੁ ਦੁੱਧ ਪੀਂਦੀ ਹੈ। ਤਾਂ ਇਸ ਕਰਕੇ ਇਹ ਇੱਕ ਮਿੱਥ ਹੈ ਜਾਂ ਇਹ ਕਹ ਲਓ ਵੀ ਡੇਅਰੀ ਇੰਡਸਟਰੀ ਵੱਲੋਂ ਫੈਲਾਇਆ ਗਿਆ ਪ੍ਰਚਾਰ ਹੈ ਕਿ ਦੁੱਧ ਪੀਣਾ ਜ਼ਰੂਰੀ ਹੈ ਤੁਹਾਨੂੰ ਅਗਰ ਕੈਲਸ਼ੀਅਮ ਲੈਣਾ, ਨਹੀਂ ਤਾਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਤੇ ਜੇ ਮੱਝ ਨੂੰ, ਗਾਂ ਨੂੰ, ਹਾਥੀ ਨੂੰ, ਘੋੜੇ ਨੂੰ ਕੈਲਸ਼ੀਅਮ ਹਰੇ ਪੱਤਿਆਂ ਤੋਂ, ਘਾਹ ਤੋਂ ਮਿਲਦਾ ਤਾਂ ਸਾਨੂੰ ਵੀ ਮਿਲ ਸਕਦਾ। ਸਾਨੂੰ ਵੀ ਮਿਲ ਸਕਦਾ, ਸੱਚੀ ਗੱਲ ਹੈ ਜੀ। ਤੁਸੀਂ ਪਾਲਕ ਖਾਓ ਦੱਬ ਕੇ, ਕੈਲਸ਼ੀਅਮ ਦੀ ਕੋਈ ਕਮੀ ਰਹਿ ਹੀ ਨਹੀਂ ਸਕਦੀ। ਹਰੇ ਪੱਤੇ ਖਾਓਗੇ ਭਰਪੂਰ ਕੈਲਸ਼ੀਅਮ ਹੁੰਦਾ ਹੈ ਜੀ। ਤੇ ਸਾਡੇ ਖੂਨ ਦੇ ਵਿੱਚ ਨਾ ਜਦੋਂ ਅਸੀਂ ਖਾਣਾ ਖਾਂਦੇ ਆ, ਉਹਦਾ ਕੈਲਸ਼ੀਅਮ ਜਦੋਂ ਬਲੱਡ 'ਚ ਐਂਟਰ ਹੁੰਦਾ ਜੀ, ਹਮੇਸ਼ਾ ਸਾਡੇ ਬਲੱਡ ਦੇ ਵਿੱਚ ਇੱਕ ਨਿਸ਼ਚਿਤ ਮਾਤਰਾ 'ਚ ਕੈਲਸ਼ੀਅਮ ਰਹਿਣਾ ਚਾਹੀਦਾ, ਮੌਜੂਦ ਰਹਿਣਾ ਚਾਹੀਦਾ ਜੀ। ਲੇਕਿਨ ਜਦੋਂ ਅਸੀਂ ਕੁਝ ਐਸਾ ਖਾਣਾ ਖਾਂਦੇ ਜਿਸ ਨਾਲ ਕੈਲਸ਼ੀਅਮ ਦੀ ਮਾਤਰਾ ਬਲੱਡ ਦੇ ਵਿੱਚ ਅਗਰ ਵੱਧ ਜਾਂਦੀ ਹੈ ਤਾਂ ਜਿਹੜੀ ਸਾਡੀ ਥਾਇਰਾਇਡ ਗਲੈਂਡ ਹੈ ਜੀ, ਉਹਦੀ ਇਹ ਡਿਊਟੀ ਹੈ, ਉਹ ਉਸ ਕੈਲਸ਼ੀਅਮ ਨੂੰ ਬਲੱਡ 'ਚੋਂ ਕੱਢਦੀ ਹੈ ਤੇ ਹੱਡੀਆਂ 'ਚ ਜਾ ਕੇ ਸਟੋਰ ਕਰ ਦਿੰਦੀ ਹੈ। ਅੱਛਾ, ਥਾਇਰਾਇਡ ਗਲੈਂਡ ਦਾ ਕੰਮ ਇਹੀ ਹੈ ਕਿ ਉਹਨੇ ਚੈੱਕ ਕਰਨਾ ਹੈ ਬਲੱਡ ਦੇ ਵਿੱਚ ਜੇ ਨਿਸ਼ਚਿਤ ਮਾਤਰਾ ਤੋਂ ਜ਼ਿਆਦਾ ਜਿਹੜਾ ਕੈਲਸ਼ੀਅਮ ਹੈ, ਵਾਧੂ ਕੈਲਸ਼ੀਅਮ ਹੈ, ਉਹਨੂੰ ਉਹਨੇ ਉੱਥੋਂ ਕੱਢ ਕੇ ਹੱਡੀਆਂ ਦੇ ਵਿੱਚ ਸਟੋਰ ਕਰਨਾ। ਤੇ ਇਵੇਂ ਹੀ ਅਗਰ ਉਹ ਨਿਸ਼ਚਿਤ ਮਾਤਰਾ ਤੋਂ ਘੱਟ ਹੈ, ਅਸੀਂ ਖਾਣਾ ਇਹੋ ਜਿਹਾ ਖਾਣੇ ਜਿਹਦੇ ਕੈਲਸ਼ੀਅਮ ਹੈ ਨਹੀਂ, ਤਾਂ ਉਹ ਬਲੱਡ ਦੇ ਵਿੱਚ ਉਹਦੀ ਮਾਤਰਾ ਘੱਟ ਜਾਂਦੀ ਹੈ। ਤਾਂ ਦੂਸਰੀ ਗਲੈਂਡ ਹੈ ਜਿਹੜੀ ਜਿਹਨੂੰ ਪੈਰਾਥਾਇਰਾਇਡ ਕਹਿੰਦੇ ਆਪਾਂ, ਉਸ ਗਲੈਂਡ ਦੀ ਡਿਊਟੀ ਕੀ ਹੈ ਕਿ ਹੱਡੀਆਂ ਤੋਂ ਕੈਲਸ਼ੀਅਮ ਕੱਢ ਕੇ ਉਹਨੇ ਬਲੱਡ 'ਚ ਪਾਉਣਾ। ਅੱਛਾ, ਠੀਕ ਹੈ, ਤਾਂ ਕਿ ਬਲੱਡ 'ਚ ਜਿਹੜੀ ਉਹਦੀ ਕੈਲਸ਼ੀਅਮ ਦੀ ਮਾਤਰਾ ਮੌਜੂਦ ਰਹੇ ਹਰ ਵਕਤ। ਜਿਹੜੇ ਸੈੱਲ ਨੂੰ ਕਦੋਂ ਲੋੜ ਪੈ ਜਾਏ, ਸੈੱਲਾਂ ਦੇ ਲਈ ਜ਼ਰੂਰੀ ਕੈਲਸ਼ੀਅਮ ਬਲੱਡ ਦੇ ਵਿੱਚ ਇੱਕ ਨਿਸ਼ਚਿਤ ਮਾਤਰਾ 'ਚ ਪਾਉਣਾ ਚਾਹੀਦਾ ਹਰ ਵੇਲੇ ਜੀ। ਹੁਣ ਮਤਲਬ ਆਪਾਂ ਇਹ ਗੱਲ ਸਮਝ ਲਈਏ ਵੀ ਥਾਇਰਾਇਡ ਗਲੈਂਡ ਜਿਹੜੀ ਹੈ ਉਹ ਬਲੱਡ ਤੋਂ ਕੈਲਸ਼ੀਅਮ ਨੂੰ ਕੱਢ ਕੇ ਹੱਡੀਆਂ 'ਚ ਸਟੋਰ ਕਰਦੀ ਹੈ, ਤੇ ਪੈਰਾਥਾਇਰਾਇਡ ਗਲੈਂਡ ਇਹ ਦੇਖਦੀ ਹੈ ਜੇ ਕਿਤੇ ਬਲੱਡ ਦੇ ਵਿੱਚ ਉਹ ਲੈਵਲ ਘਟ ਗਿਆ ਕੈਲਸ਼ੀਅਮ ਦਾ ਤਾਂ ਹੱਡੀਆਂ ਦੇ ਵਿੱਚ ਸਟੋਰ ਕੀਤਾ ਹੋਇਆ ਕੈਲਸ਼ੀਅਮ ਦੁਆਰਾ ਬਲੱਡ 'ਚ ਰਿਲੀਜ਼ ਕਰ ਦਿੰਦੀ ਹੈ। ਠੀਕ ਹੈ, ਇਹੀ ਕੰਮ ਹੈ ਇਹਨਾਂ ਦੋਨਾਂ ਗਲੈਂਡ ਦਾ, ਥਾਇਰਾਇਡ ਤੇ ਪੈਰਾਥਾਇਰਾਇਡ
ਜੀ ਜਦੋਂ ਸਾਨੂੰ ਹੱਡੀਆਂ ਦੀ ਕੋਈ ਦਿੱਕਤ ਆਉਂਦੀ ਹੈ, ਹੱਡੀਆਂ ਨਾਲ ਰਿਲੇਟਡ ਕੋਈ ਵੀ ਰੋਗ ਹੁੰਦਾ ਹੈ, ਤਾਂ ਡਾਕਟਰ ਜਿਹੜਾ ਥਾਇਰਾਇਡ ਗਲੈਂਡ ਨੂੰ ਉਹਦਾ ਜ਼ਿੰਮੇਵਾਰ ਮੰਨ ਲੈਂਦਾ ਜੀ। ਜਦ ਕਿ ਹਾਂਜੀ ਇਹ ਗਲਤ ਧਾਰਨਾ ਤੇ ਗਲਤ ਸੋਚ ਹੈ, ਕਿਉਂਕਿ ਥਾਇਰਾਇਡ ਗਲੈਂਡ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਹੱਡੀਆਂ ਸਾਡੀਆਂ ਕਮਜ਼ੋਰ ਹੋ ਰਹੀਆਂ ਨੇ ਜਾਂ ਉਹ ਮਤਲਬ ਵਿੰਗੀਆਂ ਟੇਢੀਆਂ ਹੋ ਰਹੀਆਂ ਨੇ, ਕਿਉਂਕਿ ਥਾਇਰਾਇਡ ਗਲੈਂਡ ਤਾਂ ਸਿਰਫ ਕੈਲਸ਼ੀਅਮ ਨੂੰ ਬਲੱਡ ਚੋਂ ਲੈ ਕੇ ਸਟੋਰ ਕਰਨਾ ਉਹਨੇ ਹੱਡੀਆਂ 'ਚ। ਇਹ ਗੱਲ ਨਿਰਭਰ ਕਰੇਗੀ ਇਸ ਗੱਲ ਤੇ ਕਿ ਜਿਹੜਾ ਕੈਲਸ਼ੀਅਮ ਬਲੱਡ ਦੇ ਵਿੱਚ ਮੌਜੂਦ ਹੈ ਉਹਦੀ ਕੁਆਲਿਟੀ ਕਿਹੋ ਜਿਹੀ ਹੈ ਜੀ। ਕੈਲਸ਼ੀਅਮ ਜਿਹੜਾ ਹੈ ਉਹ ਦੋ ਤਰੀਕੇ ਦਾ, ਜਦੋਂ ਮਤਲਬ ਆਪਾਂ ਇਹਨੂੰ ਫਿਰ ਸਮਝਦੇ, ਜਿਵੇਂ ਸ਼ੂਗਰ ਦੇ ਮਾਮਲੇ 'ਚ ਆਪਾਂ ਗੱਲ ਕੀਤੀ ਸੀ ਕਿ ਜਦੋਂ ਸਾਡਾ ਖਾਣਾ ਡਾਈਜੈਸਟ ਹੁੰਦਾ ਹੈ ਤਾਂ ਅਗਰ ਉਹ ਪ੍ਰੋਪਰਲੀ ਡਾਈਜੈਸਟ ਨਹੀਂ ਹੁੰਦਾ ਤਾਂ ਜਿਹੜਾ ਕੈਲਸ਼ੀਅਮ ਬਣੇਗਾ ਉਹ ਕੈਲਸ਼ੀਅਮ ਘਟੀਆ ਕੁਆਲਿਟੀ ਦਾ ਹੁੰਦਾ ਜੀ। ਘਟੀਆ ਕੁਆਲਿਟੀ, ਲੋ ਪੋਟੈਂਸੀ, ਜਾਂ ਮਤਲਬ ਇਹ ਕਹਿ ਲਓ ਵੀ ਵਧੀਆ ਕੈਲਸ਼ੀਅਮ ਨਹੀਂ ਹੋਏਗਾ ਜੀ। ਅਗਰ ਸਾਡਾ ਖਾਣਾ ਅੱਛੀ ਤਰ੍ਹਾਂ ਡਾਈਜੈਸਟ ਹੁੰਦਾ ਹੈ ਤਾਂ ਉਹ ਕੈਲਸ਼ੀਅਮ ਜਿਹੜਾ ਉਹ ਹਾਈ ਕੁਆਲਿਟੀ ਦਾ, ਵਧੀਆ ਕੁਆਲਿਟੀ ਦਾ ਕੈਲਸ਼ੀਅਮ ਬਣਦਾ, ਜਿਹੜਾ ਸਾਡੀਆਂ ਹੱਡੀਆਂ ਨੂੰ ਚਾਹੀਦਾ ਜੀ। ਹੁਣ ਸਾਰੇ ਦਾ ਸਾਰਾ ਖੇਲ ਜਿਹੜਾ ਹੈ ਉਹ ਇਸੇ ਗੱਲ ਤੇ ਖੜਾ ਹੈ ਕਿ ਅਸੀਂ ਖਾਣਾ ਖਾਂਦੇ ਆ ਕਿ ਉਹ ਪ੍ਰੋਪਰਲੀ ਡਾਈਜੈਸਟ ਹੋ ਰਿਹਾ ਜਾਂ ਨਹੀਂ ਹੋ ਰਿਹਾ। ਜੀ। ਜੇ ਖਾਣਾ ਪ੍ਰੋਪਰਲੀ ਡਾਈਜੈਸਟ ਹੋ ਰਿਹਾ ਤਾਂ ਕੈਲਸ਼ੀਅਮ ਦੀ ਕੁਆਲਿਟੀ ਵਧੀਆ ਬਣੇਗੀ, ਚੰਗੀ ਕੁਆਲਿਟੀ ਦਾ ਕੈਲਸ਼ੀਅਮ ਬਲੱਡ ਜਾਏਗਾ। ਜੇ ਖਾਣਾ ਅੱਛੀ ਤਰ੍ਹਾਂ ਡਾਈਜੈਸਟ ਨਹੀਂ ਹੁੰਦਾ ਤਾਂ ਕੈਲਸ਼ੀਅਮ ਦੀ ਕੁਆਲਿਟੀ ਜਿਹੜੀ ਹੈ ਉਹ ਘਟੀਆ ਹੁੰਦੀ ਹੈ ਜੀ। ਹੁਣ ਥਾਇਰਾਇਡ ਗਲੈਂਡ ਜਿਹੜੀ ਹੈ ਉਹ ਕੈਲਸ਼ੀਅਮ ਨੂੰ ਬਲੱਡ ਚੋਂ ਕੱਢ ਕੇ ਹੱਡੀਆਂ 'ਚ ਜਮ੍ਹਾਂ ਕਰ ਰਹੀ ਹੈ, ਲੇਕਿਨ ਜੇ ਲਗਾਤਾਰ ਉਸ ਕੈਲਸ਼ੀਅਮ ਦੀ ਕੁਆਲਿਟੀ ਮਾੜੀ ਹੁੰਦੀ ਹੈ ਜੀ, ਉਹ ਬੈਡ ਕੁਆਲਿਟੀ ਦਾ ਕੈਲਸ਼ੀਅਮ ਜਦੋਂ ਹੱਡੀਆਂ 'ਚ ਡਿਪੋਜ਼ਿਟ ਹੁੰਦਾ ਹੈ ਉਹਦੀ ਵਜ੍ਹਾ ਨਾਲ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਸਕਦੀਆਂ, ਕਈ ਵਾਰ ਗਲਣ ਲੱਗ ਪੈਂਦੀਆਂ, ਹੱਡੀਆਂ ਭੁਰਨ ਲੱਗ ਪੈਂਦੀਆਂ ਨੇ, ਵਿੰਗੀਆਂ ਟੇਢੀਆਂ ਹੋ ਸਕਦੀਆਂ ਨੇ। ਤਾਂ ਹੱਡੀਆਂ ਨਾਲ ਸੰਬੰਧਿਤ ਕਿਸੇ ਵੀ ਰੋਗ ਦੇ ਲਈ ਥਾਇਰਾਇਡ ਗਲੈਂਡ ਇਟਸੈਲਫ ਜ਼ਿੰਮੇਵਾਰ ਨਹੀਂ ਹੈ। ਅੱਛਾ ਜੀ। ਜ਼ਿੰਮੇਵਾਰ ਕੌਣ ਹੈ? ਸਾਡੇ ਕੈਲਸ਼ੀਅਮ ਦੀ ਕੁਆਲਿਟੀ। ਹੁਣ ਤੁਸੀਂ ਇਹ ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਇਸ ਗੱਲ ਦੀ, ਹੱਡੀਆਂ ਨਾਲ ਰਿਲੇਟਡ ਕੋਈ ਵੀ ਡਿਜ਼ੀਜ਼ ਹੁੰਦੀ ਹੈ ਤਾਂ ਡਾਕਟਰ ਮਤਲਬ ਥਾਇਰਾਇਡ ਗਲੈਂਡ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦਾ ਜੀ। ਤਾਂ ਮਤਲਬ ਹੱਡੀਆਂ ਨਾਲ ਰਿਲੇਟਡ ਤੁਸੀਂ ਇੱਕ ਆਪਾਂ ਐਗਜ਼ਾਮਪਲ ਲੈਂਦੇ ਆ, ਮੰਨ ਲਓ ਮੈਂ ਟਿਫਨ ਸਪਲਾਈ ਕਰਦਾ, ਅੱਜ ਕੱਲ੍ਹ ਤੁਸੀਂ ਦੇਖਿਆ ਵੱਡੇ ਸ਼ਹਿਰਾਂ 'ਚ ਟਿਫਨ ਸਰਵਿਸ ਹੁੰਦੀ ਹੈ। ਹਾਂਜੀ। ਕੋਈ ਖਾਣਾ ਬਣਾਉਂਦਾ ਹੈ, ਉਸ ਤੋਂ ਬਾਅਦ ਜਿਹੜੇ ਲੋਕ ਇਕੱਲੇ ਰਹਿੰਦੇ ਨੇ ਦਫ਼ਤਰਾਂ ਦੇ ਵਿੱਚ ਉਹ ਲੰਚ ਮੰਗਵਾ ਲੈਂਦੇ ਨੇ, ਟਿਫਨ ਸਰਵਿਸ ਲਗਵਾ ਲੈਂਦੇ ਨੇ। ਠੀਕ ਹੈ। ਮੰਨ ਲਓ ਮੈਂ ਟਿਫਨ ਸਪਲਾਈ ਕਰਦਾ ਜੀ, ਉਸ ਟਿਫਨ ਨੂੰ ਖਾ ਕੇ ਕੋਈ ਬੰਦੇ ਨੂੰ ਫੂਡ ਪੁਆਇਜ਼ਨਿੰਗ ਹੋਵੇ ਤੇ ਹੁਣ ਦੇਖਣਾ ਇਹ ਹੋਊਗਾ ਵੀ ਉਹਦੇ ਲਈ ਜ਼ਿੰਮੇਵਾਰ ਕੀ ਮੈਂ ਜਾਂ ਖਾਣਾ ਬਣਾਉਣ ਵਾਲਾ ਬੰਦਾ। ਠੀਕ ਹੈ। ਮੈਂ ਤਾਂ ਸਿਰਫ ਉਹ ਖਾਣਾ ਉੱਥੋਂ ਚੱਕਿਆ ਤੇ ਉੱਥੇ ਫੜਾ ਦਿੱਤਾ। ਹਾਂਜੀ। ਮੈਂ ਕਿਵੇਂ ਜ਼ਿੰਮੇਵਾਰ ਹੋ ਸਕਦਾ ਇਹਦੇ ਲਈ? ਖਾਣਾ ਅਗਰ ਘਟੀਆ ਕੁਆਲਿਟੀ ਦਾ ਬਣਿਆ ਤਾਂ ਉਹ ਜ਼ਿੰਮੇਵਾਰ ਹੋਊਗਾ ਜਿਹਨੇ ਬਣਾਇਆ। ਜਿਹਨੇ ਬਣਾਇਆ ਜੀ। ਅਗਰ ਉਸ ਖਾਣੇ ਨੂੰ ਖਾ ਕੇ ਕੋਈ ਬੰਦਾ ਬਿਮਾਰ ਹੋ ਰਿਹਾ ਤਾਂ ਉਹਦੇ ਲਈ ਮੈਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ, ਕਿਉਂਕਿ ਮੈਂ ਡੱਬਾ ਲੈ ਕੇ ਆਇਆ ਤਾਂ ਮੈਂ ਜ਼ਿੰਮੇਵਾਰ ਨਹੀਂ ਹੋ ਸਕਦਾ ਉਹਦੇ ਲਈ। ਠੀਕ ਹੈ। ਇਵੇਂ ਹੀ ਥਾਇਰਾਇਡ ਗਲੈਂਡ ਤਾਂ ਵਿਚਾਰੀ ਆਪਣਾ ਕੰਮ ਕਰ ਰਹੀ ਹੈ, ਉਹ ਤਾਂ ਬਲੱਡ ਚੋਂ ਕੱਢ ਕੇ ਕੈਲਸ਼ੀਅਮ ਹੱਡੀਆਂ 'ਚ ਜਮ੍ਹਾਂ ਕਰ ਰਹੀ ਹੈ। ਹੁਣ ਅਗਰ ਕੈਲਸ਼ੀਅਮ ਦੀ ਕੁਆਲਿਟੀ ਅੱਛੀ ਨਹੀਂ ਹੈ ਤਾਂ ਉਹਦੇ 'ਚ ਉਹਦਾ ਕੀ ਕਸੂਰ ਹੈ? ਜੀ। ਇਸ ਕਰਕੇ ਹੱਡੀਆਂ ਨਾਲ ਰਿਲੇਟਡ ਕਿਸੇ ਵੀ ਰੋਗ ਨੂੰ ਨਾਲ ਲੈ ਕੇ ਇਹ ਸਮਝਣ ਦੀ ਬਜਾਏ ਕਿ ਅਸੀਂ ਆਪਣੇ ਡਾਈਜੈਸ਼ਨ ਨੂੰ ਇੰਪਰੂਵ ਕਰੀਏ ਤਾਂ ਕਿ ਸਾਡਾ ਕੈਲਸ਼ੀਅਮ ਅੱਛੀ ਕੁਆਲਿਟੀ ਦਾ ਬਣੇ, ਪ੍ਰੋਡਿਊਸ ਹੋਵੇ, ਅੱਛੀ ਕੁਆਲਿਟੀ ਦਾ ਕੈਲਸ਼ੀਅਮ ਬਣੇ। ਜਦੋਂ ਥਾਇਰਾਇਡ ਗਲੈਂਡ ਅੱਛੀ ਕੁਆਲਿਟੀ ਦਾ ਕੈਲਸ਼ੀਅਮ ਹੱਡੀਆਂ ਨੂੰ ਮਿਲੇਗਾ ਤਾਂ ਹੱਡੀਆਂ ਮਜ਼ਬੂਤ ਹੋਣਗੀਆਂ, ਸਟਰੋਂਗ ਹੋਣਗੀਆਂ, ਹੈਲਦੀ ਹੋਣਗੀਆਂ। ਜੀ ਬਿਲਕੁਲ। ਬਸ ਇਹੀ ਇੱਕ ਗੱਲ ਜਿਹੜੀ ਹੈ ਉਹ ਸਮਝਣੀ ਜ਼ਰੂਰੀ ਹੈ। ਦੂਸਰਾ ਮਾਮਲਾ ਕੀ ਹੈ, ਜਿਹੜੇ ਸਾਡੇ ਮਸਲ ਹੁੰਦੇ ਨੇ ਇਹਨਾਂ 'ਚ ਕੈਪੈਸਿਟੀ ਹੁੰਦੀ ਹੈ, ਇਹ ਐਕਸਪੈਂਡ ਵੀ ਕਰ ਸਕਦੇ ਨੇ ਤੇ ਕੰਟਰੈਕਟ ਵੀ, ਮਤਲਬ ਸਿਕੁੜ ਵੀ ਸਕਦੇ ਨੇ ਤੇ ਫੈਲ ਵੀ ਸਕਦੇ। ਜੀ ਜੀ ਬਿਲਕੁਲ। ਸਾਡੇ ਮਸਲ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਗੁਣ ਹੁੰਦਾ ਹੈ, ਕੈਪੈਸਿਟੀ ਹੈ, ਜੋ ਫੈਲ ਵੀ ਸਕਦੇ ਨੇ
ਤੇ ਸਿकुड़ ਵੀ ਸਕਦੇ ਨੇ। ਜੀ ਜੀ। ਤੇ ਇਹ ਜਿਹੜਾ ਫੈਲਣਾ ਤੇ ਸਿकुड़ना ਹੈ ਇਹ ਵੀ ਥਾਇਰਾਇਡ ਗਲੈਂਡ ਦੇ ਉੱਤੇ ਨਿਰਭਰ ਕਰਦਾ ਹੈ ਜੀ। ਜਦੋਂ ਮਸਲ ਦਾ ਜਿਹੜਾ ਐਕਸਪੈਂਡ ਕਰਨਾ ਹੈ, ਮਸਲ ਨੂੰ ਐਕਸਪੈਂਡ ਕਰਨ ਲਈ ਕੈਲਸ਼ੀਅਮ ਦੇ ਨਾਲ ਨਾਲ ਕੁਝ ਹੋਰ ਆਈਟਮ ਚਾਹੀਦੀਆਂ ਹੁੰਦੀਆਂ ਨੇ ਜੀ। ਤੇ ਥਾਇਰਾਇਡ ਗਲੈਂਡ ਉਹ ਆਈਟਮ ਸਪਲਾਈ ਕਰਦੀ ਹੈ। ਠੀਕ ਹੈ ਜੀ। ਅਗਰ ਕੈਲਸ਼ੀਅਮ ਦੀ ਤੇ ਉਹਨਾਂ ਆਈਟਮ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਤਾਂ ਮਸਲ ਜਿਹੜੇ ਆ ਉਹ ਸਿकुड़ ਤਾਂ ਸਕਦੇ ਆ ਲੇਕਿਨ ਐਕਸਪੈਂਡ ਨਹੀਂ ਹੋ ਪਾਉਂਦੇ ਜੀ। ਮਤਲਬ ਈਜ਼ੀ ਨਹੀਂ ਸਮਝ ਆ ਰਹੀ ਹੈ ਨਾ ਗੱਲ? ਐ ਤਾਂ ਨਹੀਂ ਲੱਗ ਰਿਹਾ? ਨਹੀਂ ਨਹੀਂ, ਬਿਲਕੁਲ ਬਿਲਕੁਲ ਨਾਰਮਲ ਹੈ ਜੀ। ਹਾਂਜੀ, ਮਤਲਬ ਜਿਹੜੇ ਸਾਡੇ ਮਸਲ ਦੇ ਇਹਨਾਂ ਨੂੰ ਫੈਲਣ ਲਈ ਐਕਸਪੈਂਡ ਕਰਨ ਲਈ ਕੈਲਸ਼ੀਅਮ ਦੇ ਨਾਲ ਕੁਝ ਹੋਰ ਆਈਟਮ ਚਾਹੀਦੀਆਂ ਹੁੰਦੀਆਂ ਨੇ, ਉਹ ਥਾਇਰਾਇਡ ਗਲੈਂਡ ਨੇ ਸਪਲਾਈ ਕਰਨੀਆਂ ਹੁੰਦੀਆਂ ਨੇ। ਤੇ ਅਗਰ ਉਹਨਾਂ ਆਈਟਮ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਤਾਂ ਮਸਲ ਜਿਹੜੇ ਆ ਉਹ ਐਕਸਪੈਂਡ ਨਹੀਂ ਕਰ ਪਾਉਂਦੇ, ਸਿकुड़ ਸਕਦੇ ਨੇ ਜੀ। ਤਾਂ ਹੁਣ ਕੀ ਹੋ ਰਿਹਾ ਹੈ, ਇਹ ਮਸਲ ਜਿਹੜੇ ਆ ਉਹ ਸਿਰਫ ਸਿकुड़ ਰਹੇ ਨੇ, ਫੈਲ ਨਹੀਂ ਰਹੇ ਜੀ। ਹੁਣ ਇਸ ਵਜ੍ਹਾ ਨਾਲ ਕੀ ਹੁੰਦਾ ਹੈ ਕਿ ਬੰਦਾ ਜਿਹੜਾ ਉਹ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ। ਉਹਦਾ ਵਜਨ ਘਟਣਾ ਸ਼ੁਰੂ ਹੋ ਜਾਂਦਾ ਹੈ। ਮਸਲ ਜਿਹੜੇ ਆ ਕਿਉਂਕਿ ਫੈਲ ਨਹੀਂ ਰਹੇ, ਮਸਲ ਦੇ ਜ਼ਰੂਰਤ ਮੁਤਾਬਕ ਤਾਂ ਫੈਲਣੇ ਵੀ ਚਾਹੀਦੇ ਨੇ ਤੇ ਸਿकुड़ने ਵੀ ਚਾਹੀਦੇ ਨੇ। ਸਿकुड़ने ਵੀ ਚਾਹੀਦੇ ਜੀ। ਹੁਣ ਹੋ ਕੀ ਰਿਹਾ, ਕਿਉਂਕਿ ਕੈਲਸ਼ੀਅਮ ਤੇ ਕੁਝ ਹੋਰ ਆਈਟਮ ਜਿਹੜੀਆਂ ਮਸਲ ਦੇ ਫੈਲਣ ਲਈ ਜ਼ਰੂਰੀ ਨੇ ਉਹਨਾਂ ਦੀ ਕੁਆਲਿਟੀ ਅੱਛੀ ਨਹੀਂ ਹੈ। ਉਹ ਘਟੀਆ ਕੁਆਲਿਟੀ ਦਾ ਮਟੀਰੀਅਲ ਹੈ ਜਿਹਦੇ ਕਰਕੇ ਮਸਲ ਪੂਰੀ ਤਰ੍ਹਾਂ ਐਕਸਪੈਂਡ ਨਹੀਂ ਕਰ ਪਾ ਰਹੇ ਜੀ, ਸਿਰਫ ਕੰਟਰੈਕਟ ਹੋ ਰਹੇ ਨੇ, ਸਿकुड़ ਰਹੇ ਨੇ। ਠੀਕ ਹੈ। ਜਿਹਦੀ ਵਜ੍ਹਾ ਨਾਲ ਬੰਦਾ ਇੱਕਦਮ ਪਤਲਾ ਬਹੁਤ ਫਾਸਟ ਹੁੰਦਾ ਹੈ ਜੀ। ਇਹ ਬਹੁਤ ਤੇਜ਼ੀ ਨਾਲ ਬੰਦਾ ਪਤਲਾ ਹੋਣਾ ਸ਼ੁਰੂ ਹੋ ਜਾਂਦਾ, ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਤੇ ਜਿਵੇਂ ਤੁਹਾਨੂੰ ਸਲਾਹ ਦਿੱਤੀ ਗਈ, ਆਲੇ ਦੁਆਲੇ ਵਾਲੇ ਲੋਕ ਹੀ ਕਹਿਣਾ ਸ਼ੁਰੂ ਹੋ ਜਾਂਦੇ ਕਮਜ਼ੋਰ ਹੋ ਜਾਂਦਾ, ਤੂੰ ਚੱਲ ਥਾਇਰਾਇਡ ਟੈਸਟ ਕਰਵਾ ਲਾ। ਹਾਂਜੀ ਹਾਂਜੀ, ਬਿਲਕੁਲ ਹੈ ਨਾ, ਬਿਲਕੁਲ ਜੀ। ਤੇ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਥਾਇਰਾਇਡ ਗਲੈਂਡ ਦਾ ਇਲਾਜ ਕਰਨ ਦਾ। ਦਵਾਈਆਂ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਇਹ ਸਮਝਿਆ ਜਾਂਦਾ ਕਿ ਥਾਇਰਾਇਡ ਗਲੈਂਡ ਜਿਹੜੀ ਹੈ ਉਹ ਠੀਕ ਫੰਕਸ਼ਨ ਨਹੀਂ ਕਰ ਰਹੀ ਜੀ। ਜਦਕਿ ਸਾਡੀ ਬਾਡੀ ਦਾ ਕੋਈ ਵੀ ਆਰਗਨ ਜਿਹੜਾ ਹੈ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਜਾਣਦਾ ਤੇ ਆਪਣੀ ਡਿਊਟੀ ਪੂਰੀ ਤਰ੍ਹਾਂ ਕਰਦਾ। ਠੀਕ ਹੈ। ਅਸੀਂ ਨਾ ਬਾਹਰ ਸਾਡਾ ਜਿਹੜਾ ਸਿਸਟਮ ਹੈ, ਸਾਨੂੰ ਇਹ ਲੱਗਦਾ ਬਈ ਕੋਈ ਬੰਦਾ ਜਿਹੜਾ ਉਹਨੂੰ 4 ਪੈਸੇ ਦੇਾਂਗੇ ਉਹ ਵਧੀਆ ਕੰਮ ਕਰ ਦੂ, ਸਾਡਾ ਨਹੀਂ ਦੇਾਂਗੇ ਤਾਂ ਉਹ ਕੰਮ ਖਰਾਬ ਕਰ ਜੀ। ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਸਾਡੀ ਬਾਡੀ ਦੇ ਅੰਦਰ ਇਦਾਂ ਦੀ ਰਿਸ਼ਵਤ ਨਹੀਂ ਚੱਲਦੀ। ਸੱਚੀ ਗੱਲ ਹੈ ਜੀ। ਸਮਾਜ ਵਿੱਚ ਚੱਲ ਸਕਦੀ ਹੈ, ਸਰੀਰ ਵਿੱਚ ਨਹੀਂ ਚੱਲਦੀ ਜੀ। ਹਾਂ, ਸਰੀਰ ਦੇ ਅੰਦਰ ਇਹ ਜੀ ਰਿਸ਼ਵਤ ਨਹੀਂ ਚੱਲਦੀ ਕਿ ਕੋਈ ਆਰਗਨ ਜਿਹੜਾ ਉਹ ਰਿਸ਼ਵਤ ਲੈ ਕੇ ਚੰਗਾ ਕੰਮ ਕਰਨ ਲੱਗ ਜੇ ਜਾਂ ਉਹਨੂੰ ਰਿਸ਼ਵਤ ਨਹੀਂ ਮਿਲੀ ਤੇ ਉਹ ਘਟੀਆ ਕੰਮ ਕਰੇ। ਹਾਂਜੀ, ਹਰ ਆਰਗਨ ਸਾਡਾ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਂਦਾ ਹੈ, ਪ੍ਰੋਪਰਲੀ ਨਿਭਾਉਂਦਾ ਹੈ। ਉਹਨੂੰ ਸਮਝ ਹੈ ਕਿ ਮੇਰਾ ਕੰਮ ਕੀ ਹੈ ਤੇ ਮੈਂ ਇਸ ਕੰਮ ਨੂੰ ਕਿਵੇਂ ਕਰਨਾ ਜੀ। ਕੋਈ ਵੀ ਆਰਗਨ ਇੰਜ ਅਚਾਨਕ ਆਪਣਾ ਕੰਮ ਕਰਨਾ ਨਹੀਂ ਛੱਡ ਸਕਦਾ। ਜਿਵੇਂ ਸ਼ੂਗਰ ਨੂੰ ਕਹਿੰਦੇ ਤੇਰੀ ਪੈਂਕਰੀਆਸ ਨੇ ਇਨਸੂਲਿਨ ਬਣਾਉਣਾ ਬੰਦ ਕਰਤਾ, ਇਹ ਕਿਵੇਂ ਬੰਦ ਕਰ ਦੂ ਜੀ? ਬਿਨਾਂ ਵਜ੍ਹਾ ਕੋਈ ਵੀ ਸਾਡਾ ਆਰਗਨ ਜਿਹੜਾ ਉਹ ਆਪਣਾ ਕੰਮ ਜਿਹੜਾ ਆਪਣੀ ਡਿਊਟੀ ਕਰਨੀ ਛੱਡਦਾ ਨਹੀਂ ਹੈ। ਉਹਦਾ ਕੰਮ ਹੈ ਉਹ ਕਰਦਾ ਰਹਿੰਦਾ ਲਗਾਤਾਰ ਜੀ। ਲੇਕਿਨ ਉਹਨੂੰ ਕਰੇ ਕੀ? ਜਿਹੜੀਆਂ ਆਈਟਮ ਉਹਨੇ ਸਪਲਾਈ ਕਰਨੀਆਂ ਨੇ ਉਹਨਾਂ ਆਈਟਮ ਦੀ ਕੁਆਲਿਟੀ ਅੱਛੀ ਨਹੀਂ ਹੈ ਜੀ। ਅਗਰ ਉਹ ਬੈਡ ਕੁਆਲਿਟੀ ਦੀਆਂ ਆਈਟਮ ਸਪਲਾਈ ਕਰ ਰਿਹਾ ਜਿਹਦੇ ਨਾਲ ਉਹ ਬੰਦਾ ਪਤਲਾ ਹੋਣਾ ਸ਼ੁਰੂ ਹੋ ਗਿਆ, ਐਕਸਪੈਂਡ ਨਹੀਂ ਕਰ ਰਿਹਾ ਮਸਲ, ਤਾਂ ਉਹਦੇ ਚ ਗਲੈਂਡ ਦਾ ਕੋਈ ਕਸੂਰ ਨਹੀਂ ਹੈ ਜੀ। ਇਵੇਂ ਹੀ ਸਾਡੇ ਮਸਲ ਨੂੰ ਸਿकुड़ने ਲਈ, ਕੰਟਰੈਕਟ ਹੋਣ ਲਈ ਸੋਡੀਅਮ ਪਲੱਸ ਕੁਝ ਹੋਰ ਆਈਟਮਾਂ ਚਾਹੀਦੀਆਂ ਨੇ ਜੀ। ਅਗਰ ਸੋਡੀਅਮ ਦੀ ਕੁਆਲਿਟੀ ਤੇ ਜਿਹੜੀਆਂ ਦੂਸਰੀਆਂ ਆਈਟਮ ਚਾਹੀਦੀਆਂ ਨੇ ਉਹਨਾਂ ਦੀ ਕੁਆਲਿਟੀ ਅੱਛੀ ਨਹੀਂ ਹੈ ਜੀ, ਤਾਂ ਹੁਣ ਕੀ ਹੋ ਰਿਹਾ, ਸਾਡੇ ਮਸਲ ਫੈਲ ਤਾਂ ਰਹੇ ਨੇ ਲੇਕਿਨ सिकुड़ नहीं रहे। ठीक है। ऐसी पोजीशन च की हुंदा बंदा एकदम मोटा होना चाहिए। हाँ बिल्कुल। ते
ਉਦੋਂ ਵੀ ਇਹੀ ਕਿਹਾ ਜਾਂਦਾ ਤੂੰ ਬਈ ਤੇਰਾ ਤਾਂ ਮੋਟਾ ਹੋਣ ਲੱਗ ਪਿਆ, ਚੱਲ ਜਾ ਕੇ ਥਾਇਰਾਇਡ ਟੈਸਟ ਕਰਾ, ਜੀ ਇਹਨੂੰ ਥਾਇਰਾਇਡ ਦੀ ਬਿਮਾਰੀ ਹੋ। ਹਾਂਜੀ ਬਿਲਕੁਲ। ਤੇ ਲੇਕਿਨ ਇਸ ਸਾਰੀ ਗੱਲ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਸਾਡੀ ਕੋਈ ਵੀ ਗਲੈਂਡ ਜਿਹੜੀ ਹੈ, ਬਹੁਤ ਸਾਰੇ ਡਾਕਟਰ ਤਾਂ ਇੱਕ ਸਟੇਜ ਇਹੋ ਜਿਹੀ ਆ ਜਾਂਦੀ ਜਦੋਂ ਇਹ ਕਿਹਾ ਜਾਂਦਾ ਪਤਾ ਨਹੀਂ ਹੁਣ ਤੈਨੂੰ ਥਾਇਰਾਇਡ ਦਾ ਕੈਂਸਰ ਨਾ ਹੋ ਜੇ, ਤੇ ਥਾਇਰਾਇਡ ਗਲੈਂਡ ਹੀ ਕੱਢ ਦਿੰਦੇ, ਰਿਮੂਵ ਕਰਤੀ ਜਾਂਦੀ ਹੈ ਥਾਇਰਾਇਡ ਗਲੈਂਡ। ਇੰਨਾ ਇੰਪੋਰਟੈਂਟ ਕੰਮ ਹੈ ਥਾਇਰਾਇਡ ਗਲੈਂਡ ਦਾ। ਤੁਸੀਂ ਇਹ ਦੇਖੋ ਕਿ ਜਦੋਂ ਉਸ ਗਲੈਂਡ ਨੂੰ ਹੀ ਕੱਢਤਾ ਜਾਊਗਾ ਤਾਂ ਤੁਹਾਡੀ ਬਾਡੀ ਫੰਕਸ਼ਨ ਕਿਵੇਂ ਕਰੇ, ਉਹ ਸਾਰੇ ਫੰਕਸ਼ਨ ਕੌਣ ਕਰੇਗਾ? ਜੀ 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 ਸਹੀ ਹੈ। ਤਾਂ ਹੁਣ ਅਸਲ 'ਚ ਜਦੋਂ ਆਪਾਂ, ਇਹ ਤਾਂ ਹੋ ਗਿਆ ਕਾਰਨ ਬਿਮਾਰੀ, ਜਦੋਂ ਸਾਨੂੰ ਕਾਰਨ ਸਮਝ ਆ ਗਿਆ ਕਿ ਅਸਲ 'ਚ ਬਿਮਾਰੀ ਥਾਇਰਾਇਡ ਜਾਂ ਪੈਰਾਥਾਇਰਾਇਡ ਗਲੈਂਡ ਦੇ ਵਿੱਚ ਨਹੀਂ ਹੈਗੀ, ਬਿਮਾਰੀ ਹੈ ਸਾਡੇ ਖੂਨ 'ਚ। ਜੀ ਸਾਡੇ ਬਲੱਡ ਦੇ ਵਿੱਚ ਜਿਹੜੀਆਂ ਚੀਜ਼ਾਂ ਘੁਲ ਰਹੀਆਂ ਨੇ ਜਾ ਕੇ, ਜਿਹੜੇ ਇਨਗਰੀਡੀਐਂਟ ਬਲੱਡ ਜਾ ਰਹੇ ਨੇ, ਉਹਨਾਂ ਦੀ ਕੁਆਲਿਟੀ ਅੱਛੀ ਨਹੀਂ ਜੀ। ਇਹ ਹੈ ਬਿਮਾਰੀ ਦੀ ਜੜ ਜੀ। ਤਾਂ ਹੁਣ ਅਗਰ ਅਸੀਂ ਇਸ ਜੜ ਨੂੰ ਛੱਡ ਕੇ ਗਲੈਂਡ ਦਾ ਇਲਾਜ ਕਰਾਂਗੇ ਜੀ, ਜੇ ਅਸੀਂ, ਜਿੱਦਾਂ ਮੈਂ ਦੱਸਿਆ ਵੀ ਬੰਦਾ ਖਾਣਾ ਖਾ ਕੇ ਬਿਮਾਰ ਹੋ ਗਿਆ, ਜਿਹਨੇ ਖਾਣਾ ਬਣਾਇਆ ਉਹਨੂੰ ਪੁੱਛਦੇ ਨਹੀਂ, ਅਸੀਂ ਪਟੇ ਮਾਰੀ ਜਾਂਦੀ ਹੈ ਪੁਲਿਸ, ਉਹਦੇ ਜਿਹੜਾ ਵਿਚਾਰਾ ਟਿਫਨ ਲੈ ਕੇ ਆਇਆ ਹੈ ਨਾ, ਉਹਦਾ ਥੋੜੀ ਕੋਈ ਕਸੂਰ ਹੈ, ਤਾਂ ਪਤਾ ਹੀ ਨਹੀਂ ਕੀ ਸੀ ਡੱਬੇ 'ਚ, ਉਹਨੇ ਤਾਂ ਉੱਥੋਂ ਡੱਬਾ ਚੱਕਿਆ ਉੱਥੇ ਫੜਾਤਾ ਜੀ। ਤਾਂ ਅਸੀਂ ਗਲਤ ਤਰੀਕੇ ਨਾਲ ਜਿਹੜਾ ਇਹਦਾ ਇਲਾਜ ਕਰਦੇ, ਇਹੀ ਕਾਰਨ ਹੈ ਵੀ ਸਾਰੀ ਉਮਰ ਬੰਦਾ ਥਾਇਰਾਇਡ ਦੀ ਦਵਾ ਖਾਈ ਜਾਂਦਾ ਪਰ ਫਿਰ ਵੀ ਉਹ ਠੀਕ ਫਿੱਟ ਫੀਲ ਨਹੀਂ ਕਰਦਾ ਜੀ। ਉਹਨੂੰ ਐ ਨਹੀਂ ਮਹਿਸੂਸ ਹੁੰਦਾ ਕਿ ਮੈਂ ਹੈਲਦੀ ਆ, ਫਿਰ ਵੀ ਕੋਈ ਨਾ ਕੋਈ, ਕਿਉਂਕਿ ਅੰਗਰੇਜ਼ੀ ਦਵਾਵਾਂ ਦੀ ਜਿਹੜੀ ਇੱਕ ਗੱਲ ਅੱਜ ਸਾਰਿਆਂ ਨੂੰ ਪਤਾ ਲੱਗ ਚੁੱਕੀ ਹੈ ਕਿ ਹਰ ਦਵਾ ਜਿਹੜੀ ਹੈ ਉਹ ਸਾਈਡ ਇਫੈਕਟ ਦਿੰਦੀ ਹੈ ਬਿਲਕੁਲ ਜੀ। ਹਰ ਦਵਾ, ਇੱਕ ਵੀ ਦਵਾ ਇਹੋ ਜਿਹੀ ਨਹੀਂ ਹੈ ਜਿਹਦਾ ਕੋਈ ਸਾਈਡ ਇਫੈਕਟ ਨਾ ਹੋ ਜੀ। ਇਸ ਕਰਕੇ ਕੱਲੀ ਦਵਾ ਦੀ ਗੱਲ ਨਹੀਂ ਹੈ ਜੀ, ਜਿਹੜੀ ਵੀ ਚੀਜ਼ ਅਨਨੈਚੁਰਲ ਅਸੀਂ ਖਾਂਦੇ ਆ ਜੀ, ਹਰ ਉਸ ਚੀਜ਼ ਦਾ ਸਾਈਡ ਇਫੈਕਟ ਹੈ। ਠੀਕ ਹੈ। ਕਿਉਂਕਿ ਜਦੋਂ ਅਸੀਂ ਸਰੀਰ ਦੀ ਬਣਤਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਨੇਚਰ ਨੂੰ ਸਟੱਡੀ ਕਰਦੇ ਹਾਂ, ਨੇਚਰ ਦੀ ਕ੍ਰੀਏਸ਼ਨ, ਇਹ ਜਿਹੜੀ ਸਾਡੀ ਬਾਡੀ ਹੈ ਇਹਨੂੰ ਸਟੱਡੀ ਕਰਦੇ ਹਾਂ ਜੀ, ਤਾਂ ਅਸੀਂ ਜ਼ਿੰਦਾ ਇਨਸਾਨ ਆ, ਸਾਡੇ ਸੈੱਲ ਜਿਹੜੇ ਆ ਉਹ ਲਾਈਵ ਨੇ, ਜ਼ਿੰਦਾ ਨੇ, ਤੇ ਸਾਨੂੰ ਖਾਣਾ ਵੀ ਜਿਹੜਾ ਲਾਈਵ ਚਾਹੀਦਾ ਹੁੰਦਾ। ਹਾਂਜੀ, ਲਾਈਵ ਫੂਡ ਤੇ ਡੈਡ ਫੂਡ ਦੇ ਵਿੱਚ ਸਾਨੂੰ ਅੰਤਰ ਸਮਝਣਾ ਪਊਗਾ। ਇਹਦੇ ਤੇ ਬਹੁਤ ਵੱਡੀਆਂ ਜਿਹੜੀਆਂ ਰਿਸਰਚ ਹੋ ਚੁੱਕੀਆਂ ਨੇ, ਬਹੁਤ ਸਾਰੇ ਐਕਸਪੈਰੀਮੈਂਟ, ਬਹੁਤ ਸਾਰੀਆਂ ਟਰਾਇਲ ਹੋ ਚੁੱਕੀਆਂ ਨੇ ਜੀ, ਤੇ ਨਤੀਜਾ ਇਹ ਨਿਕਲਦਾ ਵੀ ਜਿਹੜਾ ਵੀ ਨੈਚੁਰਲ ਫੂਡ ਹੈ, ਮਤਲਬ ਤੁਸੀਂ ਇੱਕ ਸੇਬ ਖਾਧਾ, ਉਸ ਸੇਬ ਦੇ ਵਿੱਚ ਜਿਹੜੇ ਵੀ ਇਨਗਰੀਡੀਐਂਟ ਨੇ, ਜਿਹੜੇ ਤੱਤ ਨੇ, ਪੌਸ਼ਟਿਕ ਤੱਤ ਨੇ, ਉਸ ਕੱਲੇ ਤੱਤ ਦੇ ਉੱਤੇ ਬਕਾਇਦਾ ਐਡਰੈਸ ਕੋਡ ਹੁੰਦਾ, ਨੈਚੁਰਲ ਐਡਰੈਸ ਕੋਡ ਹੁੰਦਾ ਕਿ ਉਸ ਇਨਗਰੀਡੀਐਂਟ ਨੇ ਬੋਡੀ ਦੇ ਕਿਹੜੇ ਪਾਰਟ 'ਚ ਜਾਣਾ ਹੈ। ਠੀਕ ਹੈ। ਉਹ ਐਡਰੈਸ ਕੋਡ ਜਿਹੜਾ ਉਹ ਨੇਚਰ ਨੇ ਇਸ ਕਿਸਮ ਦਾ ਸਿਸਟਮ ਬਣਾਇਆ ਹੋਇਆ ਵੀ ਸਾਡੇ ਸਰੀਰ ਨੂੰ ਕਿਹੜੇ ਸੈੱਲ ਨੂੰ ਕਿਹੜੇ ਪਾਰਟ ਦੀ ਜ਼ਰੂਰਤ ਹੈ, ਕਿਹੜੇ ਇਨਗਰੀਡੀਐਂਟ ਦੀ ਕਿਹੜੇ ਸੈੱਲ ਨੂੰ ਜ਼ਰੂਰਤ ਹੈ, ਉਹ ਆਰਾਮ ਨਾਲ ਜਦੋਂ ਅਸੀਂ ਸੇਬ ਖਾਂਦੇ ਹਾਂ ਜਾਂ ਕੇਲਾ ਖਾਂਦੇ ਹਾਂ ਤਾਂ ਉਹ ਕਿਉਂਕਿ ਪ੍ਰੋਪਰ ਐਡਰੈਸ ਕੋਡਿੰਗ ਹੋਈ ਉਹਦੇ ਤੇ, ਉਹ ਤੁਰੰਤ ਬਾਡੀ ਦੇ ਉਸ ਹਿੱਸੇ ਚਲਿਆ ਜਾਂਦਾ, ਉੱਥੇ ਜਾ ਕੇ ਪੋਸ਼ਣ ਦਿੰਦਾ ਬਾਡੀ। ਠੀਕ ਹੈ, ਬਿਲਕੁਲ ਜੀ। ਤੇ ਜਿਹੜਾ ਡੈਡ ਫੂਡ ਹੈ, ਜਿਹੜਾ ਵੀ ਖਾਣਾ ਅਸੀਂ ਮੋਡੀਫਾਈ ਕਰ ਦਿੱਤਾ ਜੀ, ਹੁਣ ਉਸੇ ਹੀ ਸੇਬ ਨੂੰ ਤੁਸੀਂ ਕੱਟ ਕੇ ਚੁੱਲ੍ਹੇ ਤੇ ਚੜਾਤਾ, ਗਰਮ ਕੀਤਾ, ਉਹਦੇ 'ਚ ਮਿੱਠਾ ਪਾ ਕੇ, ਖੰਡ ਪਾ ਕੇ ਉਹਦਾ ਜੈਮ ਬਣਾਤਾ। ਹਾਂਜੀ, ਜਦੋਂ ਉਹਦਾ ਜੈਮ ਬਣਾਤਾ ਤੁਸੀਂ, ਤਾਂ ਤੁਸੀਂ ਇਹ ਸੋਚੋ ਕਿ ਹੁਣ ਇਹ ਸੇਬ ਦਾ ਜੈਮ ਹੈ, ਮੈਨੂੰ ਉਹੀ ਲਾਭ ਦੇਗਾ ਜੋ ਸੇਬ ਦੇ ਰਿਹਾ। ਇਹ ਭਰਮ ਹੈ, ਭੁਲੇਖਾ ਹੋ ਸਕਦਾ ਜੀ, ਕਿਉਂਕਿ ਜਦੋਂ ਅਸੀਂ ਚਿੱਠੀ ਪਾਉਂਦੇ ਹੁੰਦੇ ਸੀ ਤਾਂ ਆਪਾਂ ਦੇਖਦੇ ਹਾਂ ਕਿ ਚਿੱਠੀ ਆਪਣੇ ਸਹੀ ਪਤੇ ਤੇ ਤਾਂ ਪਹੁੰਚਦੀ ਹੈ ਜੇ ਉਹਦੇ ਤੇ ਸਹੀ ਐਡਰੈਸ ਲਿਖਿਆ ਹੋਇਆ। ਹਾਂਜੀ, ਮਤਲਬ ਆਪਾਂ ਲਿਖਦੇ ਆ ਪਹਿਲਾਂ ਬੰਦੇ ਦਾ ਨਾਮ, ਫਿਰ ਫਾਦਰ ਸਨ ਆਫ ਲਿਖਦੇ ਆ, ਫਿਰ ਘਰ ਦਾ ਨੰਬਰ, ਗਲੀ ਦਾ ਨੰਬਰ, ਮੁਹੱਲਾ ਕਿਹੜਾ ਹੈ, ਫਿਰ ਸ਼ਹਿਰ ਕਿਹੜਾ ਹੈ, ਫਿਰ ਤਹਿਸੀਲ ਕਿਹੜੀ ਹੈ, ਫਿਰ ਜ਼ਿਲ੍ਹਾ ਕਿਹੜਾ ਹੈ,
ਸਾਰਾ ਕੁਝ ਪ੍ਰੋਪਰ ਹੁੰਦਾ ਤਾਂ ਜਾ ਕੇ ਚਿੱਠੀ ਸਹੀ ਬੰਦੇ ਤੱਕ ਪਹੁੰਚਦੀ। ਸਹੀ ਬੰਦੇ, ਬਿਲਕੁਲ ਜੀ ਬਿਲਕੁਲ, ਠੀਕ ਹੈ। ਹੁਣ ਜੇ ਇਸ ਐਡਰੈਸ ਦੇ ਵਿੱਚੋਂ ਮੰਨ ਲਓ ਚਿੱਠੀ ਭੇਜੀ ਗਈ, ਐਡਰੈਸ ਜਿਹੜਾ ਉਹ ਖਰਾਬ ਹੋ ਗਿਆ ਜੀ, ਤਾਂ ਉਹ ਚਿੱਠੀ ਕਦੀ ਵੀ ਸਹੀ ਪਤੇ ਦੇ ਉੱਤੇ ਨਹੀਂ ਪਹੁੰਚ ਸਕਦੀ। ਠੀਕ ਹੈ। ਉਹ ਚਿੱਠੀ ਇੱਧਰ ਉੱਧਰ ਘੁੰਮਦੀ ਰਹੇਗੀ, ਸਹੀ ਬੰਦੇ ਕੋਲ ਕਦੀ ਨਹੀਂ ਪਹੁੰਚੇਗੀ ਜੇ ਉਹ ਐਡਰੈਸ ਹੀ ਗਾਇਬ ਹੋ ਗਿਆ। ਤਾਂ ਇਵੇਂ ਹੀ ਜਿਹੜਾ ਖਾਣਾ ਹੈ ਸਾਡਾ ਨਾ, ਜਿਹੜਾ ਕੁਦਰਤੀ ਖਾਣਾ ਹੈ ਨੇਚਰ ਤੋਂ ਐਜ਼ ਇਟ ਇਜ਼ ਜਿਹੜਾ ਆਉਂਦਾ ਹੈ, ਚਾਹੇ ਉਹ ਤੁਸੀਂ ਖੀਰਾ ਲੈ ਲਓ, ਚਾਹੇ ਟਮਾਟਰ ਲੈ ਲਓ, ਚਾਹੇ ਘੀਆ ਕੱਦੂ ਕੁਛ ਵੀ ਲੈ ਲਓ, ਜਦੋਂ ਤੁਸੀਂ ਉਹਨੂੰ ਐਜ਼ ਇਟ ਇਜ਼ ਖਾਂਦੇ ਆ ਜਿਵੇਂ ਉਹ ਨੇਚਰ ਤੋਂ ਆਉਂਦਾ ਹੈ ਤਾਂ ਉਹਦੇ ਹਰ ਇਨਗਰੀਡੀਐਂਟ ਦੇ ਉੱਤੇ ਐਡਰੈਸ ਲਿਖਿਆ ਹੁੰਦਾ ਹੈ ਕਿ ਇਹ ਬਾਡੀ ਦੇ ਕਿਹੜੇ ਪਾਰਟ ਨੂੰ ਚਾਹੀਦਾ, ਕਿੱਥੇ ਜਾ ਕੇ ਇਹਨੇ ਕੰਮ ਕਰਨਾ। ਠੀਕ ਹੈ, ਬਿਲਕੁਲ। ਜਦੋਂ ਹੀ ਅਸੀਂ ਉਹ ਸਬਜ਼ੀ ਨੂੰ ਕੱਟਦੇ ਆ, ਕੱਟ ਕੇ ਕੁੱਕਰ ਤੇ ਪਾ ਕੇ ਸੀਟੀਆਂ ਮਰਵਾ ਦਿੰਦੇ ਆ ਤਾਂ ਉਹ ਫੂਡ ਜਿਹੜਾ ਡੈਡ ਫੂਡ ਬਣ ਜਾਂਦਾ ਹੈ, ਉਹਦਾ ਐਡਰੈਸ ਕੋਡਿੰਗ ਪੂਰੀ ਤਰ੍ਹਾਂ ਖਤਮ ਡਿਸਟਰੋਏ ਹੋ ਜਾਂਦੀ ਹੈ। ਠੀਕ ਹੈ, ਬਸ ਜਸਟ ਇੱਕ ਸਾਡਾ ਸਵਾਦ ਰਹਿ ਜਾਂਦਾ ਉਹ ਵੀ ਅਸੀਂ ਸਵਾਦ ਲਈ ਖਾਂਦੇ ਆ, ਪਰ ਪੋਸ਼ਕ ਤੱਤ ਅਸੀਂ ਆਪਣੇ ਖਤਮ ਕਰ ਚੁੱਕੇ ਹੁੰਦੇ ਜੀ। ਜਾਂ ਸਵਾਦ ਜਾਂ ਪੇਟ ਭਰਨਾ, ਮਤਲਬ ਢਿੱਡ ਭਰਨਾ। ਹਾਂਜੀ ਹਾਂਜੀ, ਬਸ ਵੀ ਢਿੱਡ ਖਾਲੀ ਸੀ, ਭੁੱਖ ਲੱਗੀ ਹੈ, ਕੁਛ ਨਾ ਕੁਛ ਖਾਣਾ ਹੈ। ਠੀਕ ਹੈ। ਤੇ ਅਸੀਂ ਮਤਲਬ ਉਹਦੇ ਲਈ ਖਾਂਦੇ ਆ। ਆਪਾਂ ਬਹੁਤ ਪਹਿਲੀ ਜਿਹੜੀ ਆਪਣੀ ਗੱਲਬਾਤ ਸੀ ਉਹਦੇ 'ਚ ਹੀ ਗੱਲ ਕੀਤੀ ਸੀ ਵੀ ਖਾਣ ਦਾ ਮਕਸਦ ਕੀ ਹੈ ਸਾਡਾ। ਜਦ ਤੱਕ ਸਾਨੂੰ ਇਹੀ ਸਮਝ ਨਹੀਂ ਆਉਂਦਾ ਤਾਂ ਅਸੀਂ ਜੋ ਦਿਲ ਕਰੇ ਖਾਈ ਜਾਂਦੇ ਆ। ਜੀ, ਖਾਣਾ ਖਾਣ ਦਾ ਮਕਸਦ ਨਾ ਤਾਂ ਢਿੱਡ ਭਰਨਾ ਹੈ ਤੇ ਨਾ ਹੀ ਜੀਭ ਦਾ ਸਵਾਦ ਹੈ ਜੀ। ਖਾਣਾ ਖਾਣ ਦਾ ਮਕਸਦ ਸਾਡਾ ਇਹ ਆ ਵੀ ਸਾਡੇ ਸੈੱਲ ਜਿਹੜੇ ਨੇ ਉਹ ਭੁੱਖੇ ਨੇ, ਉਹਨਾਂ ਨੂੰ ਨਿਊਟ੍ਰੀਸ਼ਨ ਚਾਹੀਦਾ, ਉਹਨਾਂ ਨੂੰ ਵਿਟਾਮਿਨ ਵੀ ਚਾਹੀਦੇ ਨੇ, ਉਹਨਾਂ ਨੂੰ ਕੈਲਸ਼ੀਅਮ ਵੀ ਚਾਹੀਦਾ, ਉਹਨਾਂ ਨੂੰ ਆਇਰਨ ਵੀ ਚਾਹੀਦਾ, ਮਿਨਰਲ ਵੀ ਚਾਹੀਦੇ ਨੇ, ਫਾਈਟੋ ਨਿਊਟ੍ਰੀਐਂਟ ਵੀ ਚਾਹੀਦੇ, ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਹੀਦੀਆਂ ਨੇ, ਉਹ ਚਾਹੀਦੀਆਂ ਨੇ ਸਾਡੇ ਸੈੱਲਾਂ ਨੂੰ। ਤੇ ਉਹ ਤਾਂ ਹੀ ਮਿਲ ਸਕਦੀਆਂ ਕਿਉਂਕਿ ਜਦੋਂ ਆਪਾਂ ਨੇਚਰ ਨੂੰ ਫੋਲੋ ਕਰਦੇ ਹਾਂ ਜੀ, ਨੇਚਰ ਅਸਲ ਪਹਿਲਾਂ ਖਾਣਾ ਬਣਾਉਂਦੀ ਹੈ, ਫਿਰ ਜੀਵ ਨੂੰ ਪੈਦਾ ਕਰਦੀ ਜੀ। ਪਹਿਲਾਂ ਉਹਦੇ ਖਾਣ ਪੀਣ ਦਾ ਇੰਤਜ਼ਾਮ ਕਰ ਦਿੰਦੀ ਹੈ, ਉਸ ਤੋਂ ਬਾਅਦ ਜੀਵ ਪੈਦਾ ਹੁੰਦਾ ਜੀ। ਚਾਹੇ ਆਪਾਂ ਮਤਲਬ ਕਿਸੇ ਵੀ ਚੀਜ਼ ਦੀ ਗੱਲ ਲੈ ਲਈਏ, ਏਦਾਂ ਨਹੀਂ ਕਦੀ ਵੀ ਹੁੰਦਾ ਵੀ ਜੀਵ ਪਹਿਲਾਂ ਪੈਦਾ ਹੋ ਗਿਆ ਉਸ ਤੋਂ ਬਾਅਦ ਨੇਚਰ ਨੇ ਸੋਚਿਆ ਵੀ ਇਹਦੇ ਖਾਣ ਲਈ ਵੀ ਕੁਝ ਚੀਜ਼ਾਂ ਉਗਾ ਦੇਵਾਂ ਜੀ। ਏਦਾਂ ਨਹੀਂ ਹੁੰਦਾ। ਠੀਕ ਹੈ। ਪਹਿਲਾਂ ਉਹ ਐਟਮੋਸਫੀਅਰ ਬਣਦਾ, ਉਹ ਮਾਹੌਲ ਬਣਦਾ, ਫਿਰ ਹੀ ਜੀਵ ਪੈਦਾ ਹੁੰਦਾ। ਠੀਕ ਹੈ। ਚਾਹੇ ਆਪਾਂ ਸਿਰਫ ਜੂਆਂ ਦੀ ਗੱਲ ਕਰ ਲਈਏ, ਐਗਜ਼ਾਮਪਲ ਆਪਾਂ ਦੇਖ ਸਕਦੇ ਹਾਂ ਵੀ ਸਾਡੇ ਸਿਰ ਦੇ ਵਿੱਚ ਜਦੋਂ ਬੰਦਾ ਨਹਾਉਂਦਾ ਨਹੀਂ, ਇੱਕ ਅਲੱਗ ਤਰ੍ਹਾਂ ਦਾ ਮਾਹੌਲ ਬਣਦਾ, ਪਸੀਨਾ ਆ ਕੇ ਮੈਲ ਜਮਾ ਹੁੰਦੀ ਹੈ ਤਾਂ ਜੂਆਂ ਬਣਦੀਆਂ ਨੇ। ਸਿਰ ਦੇ ਵਿੱਚ ਮੱਛਰ ਕਿਉਂ ਨਹੀਂ ਪੈਦਾ ਹੁੰਦੇ? ਠੀਕ ਹੈ। ਕੀੜੀਆਂ ਕਿਉਂ ਨਹੀਂ ਪੈਦਾ ਹੋ ਸਕਦੀਆਂ ਨਾ? ਮਤਲਬ ਇਸ ਜੀਵ ਦੇ ਖਾਣ ਪੀਣ ਦਾ ਇੰਤਜ਼ਾਮ ਨੇਚਰ ਨੇ ਜਿੱਥੇ ਕੀਤਾ ਹੈ ਨਾ, ਉਸੇ ਤਰ੍ਹਾਂ ਦਾ ਰਹਿਣ ਸਹਿਣ ਦੀਆਂ ਹਾਲਤਾਂ ਨੇ ਜਿਹੜੀਆਂ ਹੁੰਦੀਆਂ, ਉਸੇ ਤਰ੍ਹਾਂ ਜੀਵ ਪੈਦਾ। ਠੀਕ ਹੈ। ਜਿਵੇਂ ਇੱਕ ਹੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ ਵੀ ਮਤਲਬ ਸੜਕ ਕਿਨਾਰੇ ਅਗਰ ਕੁੱਤਾ ਮਰਿਆ ਤਾਂ ਨਹੀਂ ਕੋਈ ਚੱਕਦਾ ਉਹਨੂੰ, ਤਾਂ ਹੌਲੀ ਇੱਕ ਸਮੇਂ ਬਾਅਦ ਉਹ ਕੀੜੇ ਪੈ ਜਾਂਦੇ। ਉਹਨਾਂ ਦਾ ਖਾਣਾ ਪਹਿਲਾਂ ਅਰੇਂਜ ਹੈ ਜੀ, ਬਾਅਦ ਪੈਦਾ ਹੁੰਦਾ। ਠੀਕ ਹੈ। ਇਸੇ ਤਰ੍ਹਾਂ ਨੇਚਰ ਨੇ ਸਾਡੇ ਲਈ ਜਿਹੜੇ ਖਾਣੇ ਦਾ ਇੰਤਜ਼ਾਮ ਕੀਤਾ ਹੈ, ਉਸ ਖਾਣੇ ਨੂੰ ਅਸੀਂ ਆਪਣੇ ਸਵਾਦ ਲਈ, ਆਪਣੀ ਸੁਵਿਧਾ ਲਈ, ਜਾਂ ਕਹਿ ਲਓ ਅਸੀਂ ਉਹਨੂੰ ਉਸ ਖਾਣੇ ਨੂੰ ਮੋਡੀਫਾਈ ਕੀਤਾ, ਆਪਣੇ ਤਰੀਕੇ ਨਾਲ ਉਹਨੂੰ ਪਕਾਉਣਾ ਸ਼ੁਰੂ ਕੀਤਾ ਜਾਂ ਆਪਣੇ ਤਰੀਕੇ ਨਾਲ ਪ੍ਰੋਸੈਸ ਕਰਨਾ ਸ਼ੁਰੂ ਕੀਤਾ। ਹਾਂਜੀ। ਤਾਂ ਅਸੀਂ ਜਿਹੜੇ ਉਹਦੇ ਨੈਚੁਰਲ ਕੋਡਿੰਗ ਹੈ ਜਾਂ ਅਸਲੀ ਕੁਦਰਤੀ ਤੱਤ ਨੇ, ਜਿਹੜੇ ਗੁਣ ਨੇ, ਉਹਨਾਂ ਸਾਰਿਆਂ ਨੂੰ ਨਸ਼ਟ ਕਰ ਦਿੱਤਾ। ਠੀਕ ਹੈ। ਇਸ ਲਈ ਜਦੋਂ ਹੀ ਅਸੀਂ ਉਹ ਖਾਣਾ ਖਾਂਦੇ ਹਾਂ ਜਿਹੜਾ ਕੁਦਰਤ ਤੋਂ ਡਾਇਰੈਕਟ ਆਉਂਦਾ, ਤਾਂ ਸਾਡੀ ਬਾਡੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਉਹਦੇ ਸਾਰੇ ਫੰਕਸ਼ਨ ਪ੍ਰੋਪਰ ਕੰਮ ਕਰਨ ਲੱਗ ਜਾਂਦੇ। ਠੀਕ ਹੈ। ਤਾਂ ਜਦੋਂ ਸਾਰੇ ਫੰਕਸ਼ਨ ਪ੍ਰੋਪਰ ਕੰਮ ਕਰਨ ਲੱਗ ਜਾਂਦੇ ਨੇ ਤਾਂ ਬਿਮਾਰੀ ਦਾ ਨਾ ਕੋਈ ਵੀ ਹੋ ਜੀ, ਹਰ ਬਿਮਾਰੀ ਜਿਹੜੀ ਹੈ ਉਹ ਰਿਵਰਸ ਹੋਣਾ ਸ਼ੁਰੂ ਹੋ ਜਾਂਦੀ ਹੈ। ਬਾਡੀ ਆਪਣੇ ਆਪ ਨੂੰ, ਸੈੱਲ ਆਪਣੇ ਆਪ ਨੂੰ ਕਿਉਰ ਕਰਨਾ ਸ਼ੁਰੂ ਕਰ ਦਿੰਦੇ ਆ, ਬਾਡੀ ਆਪਣੇ ਆਪ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੀ। ਠੀਕ ਹੈ। ਉਹਦੇ ਚ ਇਹ ਮੈਟਰ ਬਿਲਕੁਲ ਨਹੀਂ ਹੈਗਾ ਕਿ ਬਿਮਾਰੀ ਦਾ ਨਾਂ ਥਾਇਰਾਇਡ ਹੈ ਜਾਂ ਬਲੱਡ ਪ੍ਰੈਸ਼ਰ ਹੈ ਜਾਂ ਸ਼ੂਗਰ ਹੈ ਜਾਂ ਕਿਡਨੀ ਖਰਾਬ ਹੈ ਜਾਂ ਲੀਵਰ ਖਰਾਬ ਹੈ, ਕੁਝ ਵੀ ਡਿਸਆਰਡਰ ਬਾਡੀ ਦੇ ਵਿੱਚ ਕੋਈ ਵੀ ਡਿਸਆਰਡਰ ਹੈ। ਠੀਕ ਹੈ। ਪਰ ਜਦੋਂ ਹੀ ਅਸੀਂ ਨੈਚੁਰਲ ਖਾਣਾ ਖਾਂਦੇ ਆ
ਕੁਦਰਤ ਤੋਂ ਆਇਆ ਖਾਣਾ ਐਜ ਇਟ ਇਜ਼ ਡਾਇਰੈਕਟ ਖਾਂਦੇ ਆ ਜੀ ਤਾਂ ਸਾਡੀ ਬੋਡੀ ਆਪਣੇ ਹਰ ਡਿਸਆਰਡਰ ਨੂੰ ਸਹੀ ਕਰਨਾ ਸ਼ੁਰੂ ਕਰ। ਠੀਕ ਹੈ। ਤੇ ਇਹ ਗੱਲ ਜਿਹੜੀ ਹੈ ਇਹ ਬਹੁਤ ਥਾਵਾਂ ਤੇ ਬਹੁਤ ਵਾਰ ਪਰਖੀ ਗਈ ਹੈ। ਜਿਵੇਂ ਸ਼ਾਇਦ ਪਿਛਲੀ ਵਾਰ ਵੀ ਮੈਂ ਗੱਲ ਕੀਤੀ ਸੀ, ਤੁਸੀਂ ਗੂਗਲ ਤੇ ਬਲੂ ਜ਼ੋਨ ਸਰਚ ਕਰਦੇ ਹੋ, ਅਗਰ ਲਿਖਦੇ ਹੋ ਬਲੂ ਜ਼ੋਨ BLUE ਠੀਕ ਹੈ, ਬਲੂ ਜ਼ੋਨ ਗੂਗਲ ਤੇ ਲਿਖੋਗੇ ਤਾਂ ਉੱਥੇ ਮਤਲਬ 5 ਇਹੋ ਜਿਹੇ ਇਲਾਕੇ ਦਿਖਾਈ ਦਿੰਦੇ ਨੇ ਜਿਨ੍ਹਾਂ ਦਾ ਜ਼ਿਕਰ ਹੈ ਜਿੱਥੋਂ ਦੇ ਲੋਕ ਅਜੇ ਵੀ 100 ਸਾਲ ਤੋਂ ਜ਼ਿਆਦਾ ਜਿਉਂਦੇ ਜੀ। ਉੱਥੇ ਕੋਈ ਵੱਡੇ ਹਸਪੀਟਲ ਨਹੀਂ ਹੈ, ਉੱਥੇ ਕੋਈ ਵੱਡੀਆਂ ਦਵਾਈ ਦੀਆਂ ਦੁਕਾਨਾਂ ਨਹੀਂ ਹੈ, ਵੀ ਨਾਮ ਮਾਤਰ ਕਿਤੇ ਬੜੀ ਦੂਰ ਦੂਰ ਤੱਕ ਇੱਕ ਅੱਧਾ ਡਾਕਟਰ ਮਿਲਦਾ ਹੋਏਗਾ। ਠੀਕ ਹੈ ਜੀ। ਇਹਦੇ ਬਾਵਜੂਦ ਵੀ ਉਹ ਲੋਕ ਅੱਜ ਅਸੀਂ ਕਹਿੰਦੇ ਆ ਪੋਲੂਸ਼ਨ ਬਹੁਤ ਹੈ ਜੀ, ਅੱਜ ਅਸੀਂ ਕਹਿੰਦੇ ਪੈਸਟੀਸਾਈਡ ਬਹੁਤ ਨੇ, ਅੱਜ ਅਸੀਂ ਕਹਿੰਦੇ ਮਤਲਬ ਖਾਣਾ ਜਿਹੜਾ ਉਹਦੇ ਚ ਜ਼ਹਿਰਾਂ ਨੇ, ਇਹਦੇ ਬਾਵਜੂਦ ਵੀ ਉਹ ਲੋਕ ਜਿਹੜੇ ਆ 100 ਸਾਲ ਤੋਂ ਜ਼ਿਆਦਾ ਜਿਉਂਦੇ ਨੇ ਬਿਨਾਂ ਡਾਕਟਰਾਂ ਦੀ ਮਦਦ ਤੋਂ ਤੇ ਬਿਨਾਂ ਦਵਾਈਆਂ ਦੀ ਮਦਦ ਜੀ। ਤੇ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਸਾਡੇ ਡਾਕਟਰ ਵਿਸ਼ਨੂਭਾਈ ਚੌਧਰੀ ਜੀ ਦੱਸਦੇ ਨੇ ਜੀ ਕਿ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਕਬੀਲਾ ਰਹਿੰਦਾ ਹੈ, ਜ਼ਾਰਾਬਾਦ ਉਹਦਾ ਨਾਮ ਹੈ, ਜ਼ਾਰਾਬਾਦ ਜੀ। ਉਹ ਕਹਿੰਦੇ ਵੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਆਮ ਵੈਸੇ ਉੱਥੇ ਬਿਨਾਂ ਇਜਾਜ਼ਤ ਤੋਂ ਜਾਇਆ ਨਹੀਂ ਜਾਂਦਾ, ਉਹ ਬੰਦੇ ਮਤਲਬ ਬਰਦਾਸ਼ਤ ਨਹੀਂ ਕਰਦੇ ਕਿ ਬਾਹਰਲਾ ਬੰਦਾ ਜਾਂਦਾ ਉਹਨੂੰ ਮਾਰ ਮੂਰ ਦਿੰਦੇ ਨੇ। ਹਾਂ, ਐਂਟਰੀ ਨਹੀਂ ਕਰਨ ਦੀ। ਹਾਂਜੀ ਹਾਂ, ਬਕਾਇਦਾ ਪਰਮਿਸ਼ਨ ਲੈ ਕੇ ਸਿਕਿਉਰਿਟੀ ਲੈ ਕੇ ਉਹ ਸਾਰੀਆਂ ਚੀਜ਼ਾਂ ਉੱਥੋਂ ਦੀ ਜਿਹੜੇ ਭਾਸ਼ਾ ਸਮਝਦੇ ਹੋਣਗੇ ਉਹ ਬੰਦੇ ਨਾਲ ਲੈ ਕੇ ਉਹਨਾਂ ਨੂੰ ਤਾਂ ਜਾਣਾ ਪੈਂਦਾ। ਤੇ ਵਿਜ਼ਿਟ ਤਾਂ ਕਰਦੇ ਨੇ ਲੋਕ ਜੀ, ਲੇਕਿਨ ਸਾਰੇ ਇੰਤਜ਼ਾਮ ਕਰਕੇ ਜਾਣਾ ਪੈਂਦਾ। ਠੀਕ ਹੈ। ਕਹਿੰਦੇ ਮੈਂ ਉੱਥੇ ਗਿਆ ਤੇ ਉੱਥੇ ਇੱਕ ਡਾਕਟਰ ਸੀ, ਉਹਨੂੰ ਮੈਂ ਮਿਲਿਆ ਤੇ ਮੈਂ ਉਹਨੂੰ ਪੁੱਛਿਆ ਵੀ ਇਹਨਾਂ ਲੋਕਾਂ ਨੂੰ ਸ਼ੂਗਰ ਹੁੰਦੀ ਹੈ? ਕਹਿੰਦਾ ਨਹੀਂ ਜੀ। ਇਹਨਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ? ਨਹੀਂ। ਇਹਨਾਂ ਨੂੰ ਕੈਂਸਰ ਹੁੰਦਾ? ਨਹੀਂ ਹੁੰਦਾ। ਕਹਿੰਦਾ ਤੂੰ ਉੱਥੇ ਕੀ ਕਰਦਾ? ਜਦੋਂ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਤੇ ਡਾਕਟਰ ਦੀ ਕੀ ਲੋੜ ਹੈ ਜੀ। ਉਹ ਕਹਿੰਦਾ ਜੀ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਇਹ ਕਈ ਵਾਰ ਰਸਤਾ ਲੋਕਾਂ ਤੋਂ ਡਿੱਗ ਪੈਂਦੇ ਨੇ ਜਾਂ ਕਿਸੇ ਜਾਨਵਰ ਨਾਲ ਲੜਦੇ ਲੁੜਦੇ ਸੱਟਾਂ ਖਰੋਚਾਂ ਲੱਗ ਜਾਂਦੀਆਂ ਨੇ, ਪੱਟੀ ਪੁੱਟੀ ਕਰ ਦਿੰਦਾ ਮੈਂ, ਬਸ ਇਸ ਤੋਂ ਬਾਅਦ ਮੇਰਾ ਕੋਈ ਕੰਮ ਨਹੀਂ। ਕੀ ਬਾਤ ਹੈ, ਮਤਲਬ ਹੋਰ ਅਦਰ ਕੋਈ ਬਿਮਾਰੀ ਨਹੀਂ ਹੈ ਜੀ। ਹਾਂ, ਹੋਰ ਕੋਈ ਬਿਮਾਰੀ ਜੀ। ਇਸ ਤੋਂ ਬਾਅਦ ਵੀ ਆਪਾਂ ਗੱਲ ਕਰੀਏ ਤਾਂ ਇੱਕ ਹੁੰਜ਼ਾ ਸਿਵਲਾਈਜੇਸ਼ਨ ਹੈ, ਹੁੰਜ਼ਾ ਵੈਲੀ ਹੈ ਆਪਣੇ ਕਸ਼ਮੀਰ ਦੇ ਲਾਗੇ ਜੀ। ਉੱਥੋਂ ਦੇ ਵੀ ਲੋਕ ਜਿਹੜੇ ਆ ਉਹ 100 ਸਾਲ ਤੋਂ ਜ਼ਿਆਦਾ ਜਿਉਂਦੇ ਨੇ। ਤੇ ਦੋ ਸਿਵਲੀਅਨ ਦਾ ਕੰਪੈਰੀਜ਼ਨ ਕਰਕੇ ਦੇਖਿਆ, ਹੁੰਜ਼ਾ ਸਿਵਲੀਅਨ ਔਰ ਪੀਮਾ ਇੱਕ PIMA ਇੱਕ ਸਿਵਲੀਅਨ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਜਿਹੜੀ ਇਹ ਪੀਮਾ ਸਿਵਲੀਅਨ ਹੈ, ਅਮਰੀਕਾ ਨੇ ਉਹਨਾਂ ਦੀ ਜ਼ਮੀਨ ਇਹ ਕਹਿ ਕੇ ਲੈ ਲਈ ਵੀ ਅਸੀਂ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਇੰਤਜ਼ਾਮ ਸਰਕਾਰ ਕਰੂ। ਠੀਕ ਹੈ। ਤੁਸੀਂ ਆਪਣੀ ਜ਼ਮੀਨ ਸਾਨੂੰ ਦੇ ਦਿਓ। ਤੇ ਉਹ ਤੋਂ ਬਾਅਦ ਹੋਇਆ ਕੀ, ਉਹ ਲੋਕ ਜਿਹੜੇ ਫਲ ਖਾਂਦੇ ਸੀ, ਪੱਤੇ ਖਾਂਦੇ ਸੀ, ਉਹਨਾਂ ਨੂੰ ਫਾਸਟ ਫੂਡ, ਪੈਕਡ ਫੂਡ ਜ਼ਿਆਦਾ ਸ਼ੁਰੂ ਹੋ ਗਿਆ। ਤੇ ਵਿਦਿਨ 10 ਈਅਰ 10 ਸਾਲਾਂ ਦੇ ਅੰਦਰ ਅੰਦਰ ਹੀ ਉਹ ਸਾਰੇ ਲੋਕ ਬਹੁਤ ਬੁਰੀ ਤਰ੍ਹਾਂ ਬਿਮਾਰ ਹੋ ਗਏ। ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਆਮ ਲੋਕਾਂ ਨੂੰ ਨੇ ਜਾਂ ਅਮਰੀਕਾ ਦੇ ਬਾਕੀ ਲੋਕਾਂ ਨੂੰ ਨੇ, ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਲੋਕਾਂ ਨੂੰ ਹੋਣ ਲੱਗ ਪਈਆਂ। ਉਸ ਤੋਂ ਬਾਅਦ ਫਿਰ ਇੱਕ ਐਕਸਪੈਰੀਮੈਂਟ ਕੀਤਾ ਗਿਆ ਕਿ ਉਹਨਾਂ ਲੋਕਾਂ ਨੂੰ ਦੁਬਾਰਾ ਤੋਂ ਉਹੋ ਜਿਹਾ ਖਾਣਾ ਸਪਲਾਈ ਕੀਤਾ ਗਿਆ ਤੇ 5 ਸਾਲ ਦੇ ਵਿੱਚ ਹੀ ਉਹ ਸਾਰੀਆਂ ਬਿਮਾਰੀਆਂ ਫਿਰ ਕਿਉਰ ਹੋਣ ਲੱਗੀਆਂ ਜੀ। ਤਾਂ ਕੁੱਲ ਮਿਲਾ ਕੇ ਆਪਾਂ ਬਿਮਾਰੀ ਦੀ ਜੜ ਸਮਝ ਲਈ ਹੈ ਕਿ ਕਾਰਨ ਬਿਮਾਰੀ ਦਾ ਇਹ ਹੈ, ਜੇ ਤੁਸੀਂ ਅਚਾਨਕ ਮੋਟੇ ਹੋ ਰਹੇ ਹੋ ਜਾਂ ਅਚਾਨਕ ਪਤਲੇ ਹੋ ਰਹੇ ਹੋ, ਠੀਕ ਹੈ, ਤਾਂ ਤੁਹਾਨੂੰ ਕੋਈ ਸਕੈਨ ਕਰਾਉਣ ਦੀ ਲੋੜ ਨਹੀਂ ਹੈ, ਕੋਈ ਟੈਸਟ ਕਰਾਉਣ ਦੀ ਲੋੜ ਜੀ। ਤੁਸੀਂ ਇਹ ਸਮਝ ਲਓ ਕਿ ਸਾਡੇ ਬਲੱਡ ਦੇ ਵਿੱਚ ਜਿਹੜੇ ਸਾਡੇ ਇੰਗਰੀਡੀਐਂਟ ਜਾ ਰਹੇ ਚੰਗੀ ਕੁਆਲਿਟੀ ਦੇ ਨਹੀਂ ਹੈ ਤੇ ਇੱਕੋ ਹੀ ਤਰੀਕਾ ਆ, ਤੁਸੀਂ ਆਪਣਾ ਖਾਣਾ ਬਦਲੋ। ਖਾਣਾ ਜੀ, ਬਿਲਕੁਲ। ਤੇ ਜਦੋਂ ਤੱਕ ਤੁਸੀਂ ਖਾਣਾ ਨਹੀਂ ਬਦਲੋਗੇ, ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ ਜੀ, ਜੋ ਮਰਜ਼ੀ ਕਰਵਾ ਲਓ, ਉਹ ਟੈਂਪਰੇਰੀ ਰਿਲੀਫ ਤਾਂ ਤੁਹਾਨੂੰ ਦੇ ਸਕਦਾ ਹੈ, ਪਰਮਾਨੈਂਟ ਕਿਉਰ ਨਹੀਂ ਕਰਦਾ। ਸਹੀ ਕਿਹਾ ਤੁਸੀਂ। ਹਾਂਜੀ, ਪਰਮਾਨੈਂਟ ਜੇ ਤੁਸੀਂ ਕਹੋਗੇ ਕਿ ਹਾਂ ਮੇਰੀ ਬਿਮਾਰੀ ਜੜ ਤੋਂ ਖਤਮ ਹੋ ਜਾਏਗੀ, ਉਹ ਨਹੀਂ ਹੋ ਸਕਦੀ। ਕਿਉਂਕਿ ਇਹ ਵੀ ਗੱਲ
ਬਹੁਤ ਸਾਰੀਆਂ ਰਿਸਰਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਵੀ ਦਵਾਈ ਜਿਹੜੀ ਹੈ ਬੋਡੀ ਨੂੰ ਕਿਉਰ ਕਰਨ 'ਚ ਹੈਲਪ ਨਹੀਂ ਕਰਦੀ, ਬੋਡੀ ਕਿਉਰ ਆਪਣੇ ਆਪ ਨੂੰ ਆਪ ਹੀ ਕਰਦੀ ਹੈ ਜੀ। ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਜਿਹੜੇ ਸਿੰਪਟਮ ਆ ਰਹੇ ਨੇ ਤੁਹਾਨੂੰ, ਉਹਨਾਂ ਦੇ ਲੱਛਣ ਨੇ, ਉਹਨਾਂ ਨੂੰ ਸਪਰੈਸ ਕੀਤਾ ਜਾ ਸਕਦਾ। ਜੇ ਦਰਦ ਹੋ ਰਹੀ ਹੈ ਤਾਂ ਦਰਦ ਠੀਕ ਹੋ ਸਕਦੀ ਹੈ ਤੁਹਾਡੀ, ਜੇ ਸੋਜ ਹੈ ਤਾਂ ਥੋੜੀ ਸੋਜ ਕੰਮ ਹੋ ਜਾਊਗੀ, ਘੱਟ ਹੋ ਜਾਊਗੀ। ਮਤਲਬ ਅੰਗਰੇਜ਼ੀ ਦਵਾਈਆਂ ਜਿਹੜੀਆਂ ਤੁਹਾਡੇ ਉਸ ਬਿਮਾਰੀ ਦੇ ਲੱਛਣ ਨੇ ਉਹਨਾਂ ਨੂੰ ਕੰਟਰੋਲ ਕਰਦਾ। ਜਿਵੇਂ ਹੋਮਿਓਪੈਥੀ ਦੀ ਆਪਾਂ ਗੱਲ ਕਰਦੇ ਹਾਂ, ਹੋਮਿਓਪੈਥੀ ਦੀਆਂ ਦਵਾਈਆਂ, ਹੋਮਿਓਪੈਥੀ ਦਾ ਦਾਵਾ ਇਹ ਕਿ ਅਸੀਂ ਬਿਮਾਰੀ ਦੇ ਲੱਛਣਾਂ ਨੂੰ ਨਹੀਂ ਕੁਝ ਵੀ ਕਰਦੇ, ਅਸੀਂ ਸਰੀਰ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹਨੂੰ ਬੂਸਟ ਕਰਦੇ ਆ। ਹਾਂਜੀ। ਹੋਮਿਓਪੈਥੀ ਜਿਹੜੀ ਹੈ ਇਮਿਊਨਿਟੀ ਤੇ ਕੰਮ ਕਰਦੀ ਹੈ ਕਿ ਜਦੋਂ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਜ਼ਬੂਤ ਹੋ ਗਈ, ਬੋਡੀ ਆਪੇ ਲੜ ਲੇਗੀ ਬਿਮਾਰੀ ਨਾਲ। ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਹਮੇਸ਼ਾ ਜਿਹੜਾ ਕਿਉਰ ਹੈ, ਜਿਹੜਾ ਇਲਾਜ ਹੈ, ਉਹ ਸਰੀਰ ਆਪਣਾ ਆਪ ਕਰਦਾ ਹੈ ਜੀ। ਬਾਕੀ ਚੀਜ਼ਾਂ ਉਹਨੂੰ ਸਹਾਇਕ ਸਿੱਧ ਹੋ ਸਕਦੀਆਂ ਨੇ, ਇਲਾਜ ਬੋਡੀ ਨੇ ਆਪ ਹੀ ਕਰਨਾ। ਠੀਕ ਹੈ। ਤਾਂ ਜਿਹੜੇ ਲੋਕ ਵੀ ਥਾਇਰਾਇਡ ਨਾਲ ਪੀੜਿਤ ਨੇ, ਜਾਂ ਜਦੋਂ ਵੀ ਕਦੀ ਆਪਾਂ ਨੂੰ ਲੱਗਦਾ ਅਚਾਨਕ ਭਾਰ ਵਧਣਾ ਸ਼ੁਰੂ ਹੋ ਗਿਆ ਜਾਂ ਅਚਾਨਕ ਭਾਰ ਘਟਣਾ ਸ਼ੁਰੂ ਹੋ ਗਿਆ, ਕੁਛ ਕਰਨ ਦੀ ਲੋੜ ਨਹੀਂ। ਤੁਸੀਂ ਆਪਣਾ ਜਿਹੜਾ ਟੋਟਲ ਖਾਣਾ ਹੈ, ਅਗਰ ਉਹਦੇ ਚ 70 ਤੋਂ 80% ਤੁਸੀਂ ਨੈਚੁਰਲ ਖਾਣਾ ਸ਼ਾਮਿਲ ਕਰ ਲੈਂਦੇ ਹੋ ਜੀ। ਨੈਚੁਰਲ ਖਾਣਾ ਕੀ ਹੈ? ਫਰੂਟ, ਸਲਾਦ, ਮਤਲਬ ਫਲ ਤੇ ਕੱਚੀਆਂ ਸਬਜ਼ੀਆਂ ਨਾਲ ਤੁਸੀਂ ਡਰਾਈ ਫਰੂਟ ਲੈ ਸਕਦੇ ਹੋ ਔਰ ਸਪਰਾਊਟਸ ਲੈ ਸਕਦੇ। ਦਾਲਾਂ ਨੂੰ ਲਾਈਵ ਕਰਕੇ, ਮਤਲਬ ਦਾਲਾਂ ਜਦੋਂ ਪੁੰਗਰ ਜਾਂਦੀਆਂ ਨੇ ਉਹਨਾਂ ਨੂੰ ਭਿਉਂ ਦਿਓ, ਜਦੋਂ ਉਹਨਾਂ ਦਾ ਥੋੜਾ ਥੋੜਾ ਅੰਕੁਰ ਨਿਕਲ ਆਉਂਦੇ ਨੇ ਜੀ, ਉਦੋਂ ਲਾਈਵ ਬਣ ਜਾਂਦੀਆਂ ਨੇ, ਜਾਨ ਆ ਜਾਂਦੀ ਹੈ ਉਹਨਾਂ ਦੀ। ਠੀਕ ਹੈ। ਇੱਕ ਦਾਲ ਨੂੰ ਤੁਸੀਂ ਕੁੱਕਰ 'ਚ ਰਿੰਨ ਕੇ ਤੜਕਾ ਲਾ ਕੇ ਖਾਧਾ, ਤੇ ਇੱਕ ਦਾਲ ਨੂੰ ਤੁਸੀਂ ਸੁੱਕੀ ਨੂੰ ਭਿਉਂ ਕੇ ਇੱਕ ਦਿਨ ਇੰਤਜ਼ਾਰ ਕੀਤਾ, ਜਦੋਂ ਮਾੜੇ ਮਾੜੇ ਉਹਦੇ ਹਰੇ ਹਰੇ ਉਹ ਨਿਕਲੇ ਨਾ ਅੰਕੁਰ, ਉਦੋਂ ਖਾਧਾ, ਜ਼ਮੀਨ ਆਸਮਾਨ ਦਾ ਫਰਕ ਹੈ। ਅੱਛਾ, ਉਹ ਕੱਚਾ ਖਾ ਲਓ। ਹਾਂ, ਠੀਕ ਹੈ। ਉਹ ਜਿਹੜਾ ਤੁਸੀਂ ਸਪਰਾਊਟਸ ਬਣਾ ਕੇ ਖਾਂਦੇ ਆ, ਉਹ ਲਾਈਵ ਫੂਡ ਹੈ ਤੇ ਨੈਚੁਰਲੀ ਉਹ ਤੁਹਾਡੀ ਬੋਡੀ ਨੂੰ ਕਿਉਰ ਕਰਨ 'ਚ ਮਦਦ ਕਰਦਾ ਜੀ। ਤਾਂ ਫਿਰ ਆ ਕੇ ਗੱਲ ਉਹੀ ਆਉਂਦੀ ਹੈ ਵੀ 100 ਹੱਥ ਰੱਸਾ ਸਿਰੇ ਤੇ ਗੰਢ। ਬਿਮਾਰੀ ਕੋਈ ਵੀ ਹੈ, ਨਾਮ ਬਿਮਾਰੀ ਦਾ ਕੋਈ ਵੀ ਹੈ, ਲੱਛਣ ਉਹਦੇ ਕਿੱਦਾਂ ਦੇ ਵੀ ਨੇ, ਅੰਤ ਉਸੇ ਗੱਲ ਤੇ ਆਪਾਂ ਨੂੰ ਆਉਣਾ ਪੈਣਾ ਹੈ ਕਿ ਅਗਰ ਆਪਾਂ ਖਾਣਾ ਬਦਲਾਂਗੇ ਤਾਂ ਹੀ ਸਹੀ ਜੀ, ਤਾਂ ਹੀ ਉਹ ਸਾਡੇ ਬਲੱਡ ਦੇ ਵਿੱਚ ਸਹੀ ਕੁਆਲਿਟੀ ਦੇ ਇਨਗਰੀਡੀਐਂਟ ਜਾਣਗੇ, ਤਾਂ ਹੀ ਸਾਡੀ ਬੋਡੀ ਜਿਹੜੀ ਹੈ, ਸਾਰੀਆਂ ਗਲੈਂਡਸ ਤਾਂ ਆਪਣਾ ਕੰਮ ਕਰੀ ਜਾ ਰਹੀ ਹੈ ਜੀ, ਆਰਗਨ ਸਾਰੇ ਆਪਣਾ ਕੰਮ ਕਰੀ ਜਾ ਰਹੇ। ਅਗਰ ਸਾਡੇ ਇਨਗਰੀਡੀਐਂਟ ਅੱਛੀ ਕੁਆਲਿਟੀ ਦੇ ਮਿਲਣ ਲੱਗ ਪਏ ਉਹਨਾਂ ਨੂੰ, ਤਾਂ ਸਾਰੀ ਬਿਮਾਰੀ, ਹਰ ਬਿਮਾਰੀ, ਚਾਹੇ ਉਹ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਥਾਇਰਾਇਡ ਹੈ, ਚਾਹੇ ਉਹ ਕਿਡਨੀ ਖਰਾਬ ਹੈ, ਹਰ ਬਿਮਾਰੀ ਜਿਹੜੀ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੀ। ਠੀਕ ਹੈ। ਤਾਂ ਇਹਦੇ ਲਈ ਜੇ ਆਪਾਂ ਪ੍ਰੋਪਰ ਡਾਈਟ ਚਾਰਟ ਦੀ ਗੱਲ ਕਰਾਂਗੇ ਤਾਂ ਘੱਟੋ ਘੱਟ ਜਿੰਨਾ weight ਹੈ ਸਾਡਾ, ਜਿੰਨਾ ਵਜਨ ਹੈ, ਉਹਨੂੰ 10 ਨਾਲ ਗੁਣਾ ਕਰੀਏ। ਜੇ 60 ਕਿਲੋ ਦਾ ਬੰਦਾ ਹੈ ਤਾਂ 10 ਨਾਲ ਗੁਣਾ ਕਰਕੇ 600 ਦਾ ਜਵਾਬ ਆਏਗਾ, ਨਾਲ ਉਹਦੇ ਗ੍ਰਾਮ ਲਾ ਦਈਏ ਤਾਂ 600 ਗ੍ਰਾਮ ਫਲ ਤੇ 600 ਗ੍ਰਾਮ ਹੀ ਕੱਚੀ ਸਬਜ਼ੀ, ਇਹ ਮਿਨੀਮਮ ਹੈ, ਘੱਟੋ ਘੱਟ ਖਾਣੀ ਹੋਵੇ। ਇਸ ਤੋਂ ਬਾਅਦ ਤੁਸੀਂ ਰੋਟੀ ਖਾਂਦੇ ਆ, ਚੌਲ ਖਾਂਦੇ ਆ, ਦਾਲ ਖਾਂਦੇ, ਕੀ ਖਾਂਦੇ ਹੋ, ਖਾਈ ਜਾਓ, ਕੋਈ ਗੱਲ ਨਹੀਂ। ਲੇਕਿਨ ਤੁਹਾਡੀ ਡਾਈਟ ਦੇ ਵਿੱਚ ਤੁਹਾਡੇ ਵਜਨ ਦੇ ਹਿਸਾਬ ਨਾਲ ਇੰਨਾ ਖਾਓਗੇ ਤਾਂ ਦਵਾਈ ਵਾਂਗੂ ਕੰਮ ਕਰੇਗਾ। ਕੀ ਬਾਤ ਹੈ। ਇਸ ਤੋਂ ਵੱਧ ਖਾ ਸਕਦੇ ਹੋ, ਘੱਟ ਨਹੀਂ ਖਾਣਾ। ਠੀਕ ਹੈ। ਮਤਲਬ ਤੁਸੀਂ 60 ਕਿਲੋ ਅਗਰ ਵਜਨ ਹੈ, 80 ਕਿਲੋ ਵਜਨ ਹੈ, ਤਾਂ 800 ਗ੍ਰਾਮ ਫਰੂਟ ਸਵੇਰੇ 12 ਵਜੇ ਤੋਂ ਪਹਿਲਾਂ ਫਰੂਟ ਖਾ ਲਓ, ਤੇ 12 ਵਜੇ ਤੋਂ ਬਾਅਦ 400 ਗ੍ਰਾਮ ਲੰਚ ਚ ਖਾ ਲਓ, 400 ਗ੍ਰਾਮ ਡਿਨਰ ਚ ਖਾ ਲਓ, ਕੱਚੀ ਸਬਜ਼ੀ ਜਿਹੜੀ ਦਿਲ ਕਰਦਾ ਤੁਹਾਡਾ, ਜਿਹੜੀ ਖਾ ਸਕਦੇ। ਠੀਕ ਹੈ। ਮੂਲੀ, ਗਾਜਰ, ਖੀਰਾ, ਟਮਾਟਰ, ਪਿਆਜ਼, ਜੋ ਵੀ ਖਾ ਜੀ। ਤਾਂ ਇੰਨਾ ਕਰਨ ਨਾਲ ਹੀ ਤੁਸੀਂ ਦੇਖੋਗੇ, ਅਗਰ ਕੋਈ ਬੰਦਾ ਥਾਇਰਾਇਡ ਦੀ ਦਵਾ ਨਹੀਂ ਖਾ ਰਿਹਾ, ਜਿਹਨੇ ਹਜੇ ਦਵਾ ਖਾਣੀ ਸ਼ੁਰੂ ਨਹੀਂ ਕੀਤੀ ਜੀ, ਵੱਧ ਤੋਂ ਵੱਧ 1 ਮਹੀਨਾ ਲੱਗੇਗਾ, ਤੁਹਾਡਾ ਸਾਰਾ ਪੂਰੀ ਤਰ੍ਹਾਂ ਤੁਹਾਡੀ ਬਿਮਾਰੀ ਜਿਹੜੀ ਹੈ ਉਹ ਦੂਰ ਹੋ ਜਾਏਗੀ। ਜਿਹੜੇ ਤੁਹਾਡੇ ਪੈਰਾਮੀਟਰ ਨੇ, ਤੁਸੀਂ ਟੈਸਟ ਕਰਾਉਣੇ, ਉਹ ਸਾਰੇ ਨਾਰਮਲ ਹੋ ਜਾਣਗੇ ਜੀ। ਲੇਕਿਨ ਜੇ ਤੁਸੀਂ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਹੈ,
ਤਾਂ ਕਿਉਂਕਿ ਸਟੀਰੋਇਡ ਹੁੰਦੇ ਨੇ ਔਰ ਇਹਨੂੰ ਹੌਲੀ ਹੌਲੀ ਛੱਡਣਾ ਚਾਹੀਦਾ ਜੀ। ਜਿਹੜੀ ਅਸੀਂ ਸਲਾਹ ਦਿੰਦੇ ਉਹ ਇਹ ਹੈ ਕਿ ਜਦੋਂ ਹੀ ਤੁਸੀਂ ਟੈਸਟ ਕਰੋ 1 ਮਹੀਨਾ ਡਾਈਟ ਲਓ, ਉਦੋਂ ਟੈਸਟ ਕਰਾਓ, ਜੇ ਤੁਹਾਡੇ ਉਹ ਰੀਡਿੰਗ ਜਿਹੜੀਆਂ ਨੇ ਘਟ ਗਈਆਂ ਨੇ ਜੀ, ਜੇ ਘੱਟ ਆ ਜਿਹੜੀਆਂ ਘੱਟ ਉਹ ਵੱਧ ਗਈਆਂ ਨੇ ਜਾਂ ਵੱਧ ਤਾਂ ਘਟ ਗਈਆਂ ਨੇ, ਜੇ ਨਾਰਮਲ ਦੇ ਨੇੜੇ ਤੇੜੇ ਆ ਰਹੀਆਂ ਨੇ ਦਵਾਈ ਵੱਧੀ ਕਰ। ਠੀਕ ਹੈ। ਅਗਲੇ ਮਹੀਨੇ ਫਿਰ ਟੈਸਟ ਕਰਾਓ, ਉਸ ਤੋਂ ਬਾਅਦ ਜੇ ਤੁਹਾਨੂੰ ਨਾਰਮਲ ਫੀਲ ਹੋ ਰਿਹਾ ਤਾਂ ਤੁਸੀਂ ਦਵਾਈ ਚੌਥਾ ਏਦਾਂ ਕਰ ਸਕਦੇ ਹੋ ਜਾਂ ਬੰਦ ਕਰ ਜੀ। ਤਾਂ ਸ਼ੂਗਰ ਦੀ ਦਵਾਈ ਜਿਹੜੀ ਇੱਕਦਮ ਬੰਦ ਕੀਤੀ ਜਾ ਸਕਦੀ ਹੈ, ਬਲੱਡ ਪ੍ਰੈਸ਼ਰ ਦੀ ਦਵਾਈ ਇੱਕਦਮ ਬੰਦ ਕੀਤੀ ਜਾ ਸਕਦੀ ਹੈ, ਕਿਉਂਕਿ ਥਾਇਰਾਇਡ ਜਿਹੜੇ ਨੇ ਉਹ ਅਸਲ 'ਚ ਮਤਲਬ ਸਟੈਪ ਬਾਈ ਗ੍ਰੈਜੂਅਲੀ ਉਹਨੂੰ ਟੇਪਰ ਡਾਊਨ ਕਰਕੇ ਹੀ ਸਟਾਪ ਕਰਨਾ ਚਾਹੀਦਾ ਜੀ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋਗੇ ਜੇ ਤੁਸੀਂ ਲਗਾਤਾਰ ਜੀਵਨ ਭਰ ਇਸ ਡਾਈਟ ਨੂੰ ਆਪਣੀ ਜ਼ਿੰਦਗੀ ਸ਼ਾਮਲ ਕਰ ਲੈਂਦੇ ਹੋ ਜੀ, ਤਾਂ ਫਿਰ ਜਿੰਨੀਆਂ ਬਿਮਾਰੀਆਂ ਦੇ ਨਾਮ ਨੇ ਤੁਸੀਂ ਗਿਣ ਲਓ, ਕੋਈ ਵੀ ਬਿਮਾਰੀ ਉਹਨਾਂ 'ਚ ਤੁਹਾਡੇ ਨੇੜੇ ਨਹੀਂ ਹੈ। ਕਿਆ ਸੋ ਸਭ ਤੋਂ ਬੈਟਰ ਹੈ ਆਪਣੇ ਖਾਣੇ ਨੂੰ ਆਪਾਂ ਪਹਿਲਾਂ ਸੁਧਾਰ ਲਈਏ, ਹਨਾ। ਕੱਚੀਆਂ ਸਬਜ਼ੀਆਂ ਜਾਂ ਫਲ ਜਾਂ ਪੁੰਗਰੀਆਂ ਦਾਲਾਂ ਅਸੀਂ ਜਾਂ ਡਰਾਈ ਫਰੂਟ ਸਾਡੇ ਅਸੀਂ ਉਹ ਐਡ ਕਰ ਲਈਏ। ਬਾਹਰਲੀਆਂ ਤਲੀਆਂ ਚੀਜ਼ਾਂ ਨਾਲੋਂ ਇੱਥੇ ਇਕਬਾਲ ਹੋਰੀ ਜੀ ਰੌਲਾ ਪਾਈ ਜਾਂਦੇ ਆ ਕਿ ਡਾਕਟਰ ਸਾਹਿਬ ਕੁਛ ਏਦਾਂ ਦੀ ਬਿਮਾਰੀ ਦੱਸੋ, ਇਹੋ ਜਿਹੇ ਟੀਕਾ ਦੱਸੋ ਜੋ ਸਾਡਾ ਮੋਟਾਪਾ ਘਟਾ ਦੇ। ਤੇ ਇੱਥੇ ਮੇਰੇ ਵਰਗੇ ਹੋਰ ਸਰਬਜੀਤ ਵਰਗੇ ਬੈਠੇ ਆ, ਉਹ ਕਹਿੰਦੇ ਸੋਚਣਾ ਹੀ ਸ਼ੁਰੂ ਕਰੋ, ਸੋਚਾਂ 'ਚ ਪਿਆ ਕਰੋ, ਤਾਂ ਸੋਚ ਨਾਲ ਵੀ ਵਜਨ ਘਟਦਾ। ਸੋ ਮੈਨੂੰ ਲੱਗਦਾ ਵਜਨ ਹਾਂਜੀ ਸੋਚਣ 'ਚ ਪੈ ਕੇ ਵਜਨ ਤਾਂ ਘਟ ਜੂਗਾ, ਪਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਣਗੀਆਂ। ਮੈਂ ਵੀ ਬੋਲਣ ਹੀ ਲੱਗੀ ਸੀ, ਮੈਂ ਉਹਨਾਂ ਨੂੰ ਇਹੀ ਦੱਸਣ ਲੱਗੀ ਸੀ ਵੀ ਜਿੰਨੀ ਫਿਕਰ ਤੁਸੀਂ ਆਪਣੇ ਸਰੀਰ ਨੂੰ ਦੋਗੇ, ਸੋਚਾਂ ਦੋਗੇ, ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਸੋਚਾਂ ਦੇ ਕਾਰਨ ਹੀ ਉਪਜਦੀਆਂ ਨੇ, ਚਾਹੇ ਤੁਹਾਡੀ ਬੋਡੀ ਨੂੰ ਕੁਛ ਨਾ ਹੋਵੇ। ਹਾਂਜੀ, ਤੇ ਜਿਹੜੀ ਇਹ ਡਾਈਟ ਮੈਂ ਦੱਸੀ ਹੈ ਪਹਿਲੇ 3 ਦਿਨਾਂ 'ਚ 1.5 ਕਿਲੋ ਵਜਨ ਘਟ ਜਾਂਦਾ ਜੀ, ਪਹਿਲੇ 3 ਦਿਨਾਂ 'ਚ। ਲਿਓ ਇਕਬਾਲ ਜੀ, ਹੁਣ ਦੇਖੋ ਤੁਸੀਂ ਖਾ ਕੇ, ਪਹਿਲੀ ਗੱਲ ਤਾਂ ਨਾ ਡਾਕਟਰ ਸਾਹਿਬ ਪ੍ਰੋਬਲਮ ਇਹ ਆਉਂਦੀ ਆ, ਮੈਂ ਹੁਣ ਪਿਛਲੇ ਨਾ ਹਫ਼ਤੇ ਤੋਂ ਇਹ ਚੀਜ਼ ਸ਼ੁਰੂ ਕੀਤੀ ਆ। ਪਹਿਲਾਂ ਇਹ ਆਉਂਦਾ ਵੀ ਸਾਨੂੰ ਨਾ ਕੋਈ ਪਰੋਸ ਕੇ ਦੇ ਦੇ ਤੇ ਅਸੀਂ ਖਾ ਲਾਂਗੇ, ਸਾਨੂੰ ਉਹ ਚੀਜ਼ ਨੂੰ ਰੈਡੀ ਕਰਨਾ, ਕਿਉਂਕਿ ਅਸੀਂ ਤਾਂ ਚਲੋ ਡਿਊਟੀ ਤੇ ਜਾਣਾ ਹੁੰਦਾ, ਤਾਂ ਕਰਕੇ ਫਟਾਫਟ ਸਭ ਟਿਫਨ ਪੈਕ ਕਰਨੇ ਹੁੰਦੇ ਆ। ਤਾਂ ਮੈਨੂੰ ਲੱਗਦਾ ਇਕਬਾਲ ਜੀ ਇਹ ਚੀਜ਼ ਕਰ ਸਕਦੇ, ਖੇਤਾਂ 'ਚ ਬੈਠੇ ਆ, ਥੋੜੀ ਜਿਹੀ ਆਪਣੇ ਜੋਗੀ ਉਨੀ ਕੀ ਆਰਗੈਨਿਕ ਸਬਜ਼ੀ ਇਹ ਉਗਾ ਸਕਦੇ ਆ, ਹਨਾ, ਤੇ ਖਾ ਵੀ ਸਕਦੇ ਹੈਗੇ ਕੱਚੇ ਫਲ ਸਬਜ਼ੀਆਂ। ਥੋੜਾ ਜਿਹਾ ਇਨੀਸ਼ੀਏਟਿਵ ਲੈਣ ਦੀ ਗੱਲ ਹੁੰਦੀ ਹੈ। ਮੈਂ ਜਦੋਂ ਆਪਣੀ ਫੈਮਿਲੀ ਚ ਸ਼ੁਰੂ ਕੀਤਾ ਡਾਈਟ ਨੂੰ ਤਾਂ ਮੈਂ ਇਨੀਸ਼ੀਏਟਿਵ ਲਿਆ, ਕੱਟ ਕੇ ਰੱਖਤਾ, ਫਿਰ ਤਾਂ ਖਾਣਗੇ। ਸਹੀ ਹੈ ਨਾ। ਜਦੋਂ ਤੁਸੀਂ ਪਰਾਤ ਭਰ ਕੇ ਕੱਟ ਕੇ ਰੱਖ ਦਿੱਤਾ ਫਰੂਟ, ਫਿਰ ਖਾਣਗੇ, ਫਿਰ ਪਰੌਂਠੇ ਕਿਉਂ ਖਾਣਗੇ, ਫਿਰ ਉਹੀ ਖਾਣਗੇ ਜਿਹੜਾ ਕੱਟਿਆ। ਹਾਂ, ਤੇ ਇੱਥੇ ਅਸੀਂ ਖਾਣੇ ਆ ਰੋਜ਼ ਉੱਠਣ ਸਾਰ, ਮੈਨੂੰ ਲੱਗਦਾ ਉੱਠਣ ਸਾਰ ਚਾਹ ਦੇ ਨਾਲ ਬਹੁਤਿਆਂ ਨੂੰ ਤਾਂ ਪਰੌਂਠੇ ਮਿਲ ਜਾਂਦੇ ਆ ਵੀ 3-3 4-4 ਪਰੌਂਠੇ ਖਾ ਲਓ, ਤੇ ਲੰਚ ਅਸੀਂ ਬੀਬੀਆਂ ਕਹਿ ਦਿੰਦੀਆਂ ਕਿ ਕੰਮ ਧੰਦਾ ਕਰ ਲੈਣ ਦੋ, ਠਹਿਰ ਕੇ ਪਕਾਵਾਂਗੇ, ਹਨਾ, ਤੇ ਉਦੋਂ ਤੱਕ ਅਸੀਂ ਰੋਟੀ ਸਬਜ਼ੀ ਖਵਾ ਦਿੰਦੇ ਹੈਗੇ। ਖੈਰ ਇੱਥੇ ਡਾਕਟਰ ਸਾਹਿਬ ਸਾਡੇ ਪਿੰਡਾਂ ਨਾਲ ਇੱਕ ਚੀਜ਼ ਮੇਲ ਖਾਂਦੀ ਆ, ਅਸੀਂ ਪਿੰਡਾਂ ਦੇ ਸਾਰੇ ਤਾਂ ਸਾਨੂੰ ਪਤਾ ਹੈ ਕਿ ਅਸੀਂ ਪਸ਼ੂਆਂ ਦਾ ਕੰਮ ਵੀ ਕਰਨਾ ਹੁੰਦਾ ਸੀ, ਅਸੀਂ ਹਰੇ ਚਾਰੇ ਦਾ ਕੰਮ ਵੀ ਕਰਨਾ ਹੁੰਦਾ ਸੀਗਾ, ਹਨਾ। ਖੈਰ ਸਾਡਾ ਤਾਂ ਛੋਟਾ ਜਿਹਾ ਟੱਬਰ ਸੀ, ਅਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਸੀ, ਤੇ ਸਵੇਰੇ ਨਾ ਬਹੁਤਾ ਨਹੀਂ ਸੀ, ਮੈਨੂੰ ਯਾਦ ਹੈ ਵੀ ਅਸੀਂ 11-12 ਵਜੇ ਰੋਟੀ ਇਕੱਠੀ ਬਣਾਉਂਦੇ ਸੀਗੇ, ਜਦੋਂ ਸਾਰੇ ਕੰਮ ਨਿਬੜ ਜਾਂਦੇ ਸੀ, ਨਹਾ ਧੋ ਕੇ ਵੀ ਚੁੱਲ੍ਹੇ ਤੇ ਕੰਮ ਕਰਨਾ ਹੁੰਦਾ ਸੀ, ਤੇ ਇਕੱਠੇ ਧੁੱਪ ਆਉਣ ਤੋਂ ਪਹਿਲਾਂ ਸਾਰੀਆਂ ਰੋਟੀਆਂ ਦੁਪਹਿਰ ਤੱਕ ਦੀਆਂ ਅਸੀਂ ਥੱਪ ਲੈਣੀਆਂ ਸੀ। ਮਤਲਬ ਉਦੋਂ ਪਹਿਲਾਂ ਕੁਛ ਨਹੀਂ ਸੀ। ਦੁੱਧ ਵੀ ਜਿਵੇਂ ਤੁਸੀਂ ਕਹਿੰਦੇ, ਕਿਸੇ ਨੇ ਦੁੱਧ ਪੀਣਾ ਆਪਦਾ ਜੱਗ ਦੁੱਧ ਦਾ ਪੀ ਗਿਆ, ਕਿਸੇ ਨੇ ਕੁਝ ਹਲਕਾ ਫੁਲਕਾ ਖਾਣਾ ਉਹ ਵੀ ਖਾ ਗਿਆ, ਕੁਝ ਐਕਸਰਸਾਈਜ਼ ਵਾਲੇ ਬॉय ਸੀ ਆਪਣੀਆਂ ਦਾਲਾਂ ਪੁੰਗਰੀਆਂ ਖਾਂਦੇ ਸੀ ਸਾਡੇ ਭਰਾ ਹੋਰੇ, ਤੇ ਜਾਂ ਜਿਵੇਂ ਅਸੀਂ ਸੀ, ਮੈਨੂੰ ਯਾਦ ਹੈ ਕਿ ਮੈਂ ਜ਼ਿਆਦਾਤਰ ਲੱਸੀ ਤੇ ਰਹਿੰਦੀ ਸੀ। ਮਤਲਬ ਸਵੇਰੇ ਜਦੋਂ ਵੀ ਮਤਲਬ ਝਾੜੂ ਕੱਢਤਾ, ਬੋਕਰਾਂ ਮਾਰ ਲੀਆਂ, ਹਨਾ, ਗੋਹਾ ਕੂੜਾ ਕਲੀਅਰ ਕਰ ਲਿਆ ਤਾਂ ਲੱਸੀ ਪੀ ਲਈ, ਹਨਾ, ਥੋੜਾ ਜਿਹਾ ਕੋਈ ਹੋਰ ਕੰਮ ਧੰਦੇ ਲੀੜੇ ਰਾੜੇ ਧੋੜ ਤੇ ਲੱਸੀ ਪੀ ਲਈ। ਮੈਂ ਲੱਸੀ ਤੇ ਰਹਿੰਦੀ ਸੀ ਔਰ ਪੂਰੀ ਫਿੱਟ ਪਈ ਸੀ, ਇੰਨੀ ਪਤਲੀ ਸਲਿਮ ਪਈ ਸੀਗੀ। ਸੱਚੀ ਅੱਜ ਉਹ ਬਹੁਤ ਗੱਲਾਂ ਯਾਦ ਆਉਂਦੀਆਂ ਵੀ 12-1 ਵਜੇ ਫਿਰ ਅਸੀਂ ਵਿਹਲੇ ਹੋ ਕੇ ਰੋਟੀ ਖਾਣੀ, ਤੇ ਰੋਟੀ ਖਾ ਕੇ ਫਿਰ ਆਥਣੇ ਰੋਟੀ ਖਾਣੀ, ਮਤਲਬ 2 ਟਾਈਮ ਅਸੀਂ ਰੋਟੀ ਖਾਣੀ, ਤੇ ਵਿੱਚ ਵਿਚਾਲੇ ਆਹੀ ਚੀਜ਼ਾਂ ਬੜੀਆਂ ਐਡ ਕੀਤੀਆਂ ਹੁੰਦੀਆਂ ਸੀਗੀਆਂ, ਕਦੇ ਕੁਛ ਕੱਚਾ ਖਾ ਲਿਆ, ਕਦੇ ਕੁਛ, ਕਿਉਂ ਖੇਤਾਂ ਦੇ ਰਾਜੇ ਸੀਗੇ, ਖੇਤਾਂ 'ਚ ਤੁਰੇ ਰਹਿੰਦੇ ਸੀ। ਹਾਂਜੀ, ਅਸਲ ਜਦੋਂ ਅਸੀਂ ਵਿਰਾਸਤ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੋਕ ਅੱਜ ਦਲੀਲ ਦਿੰਦੇ ਨੇ, ਸਾਡੇ ਬਜ਼ੁਰਗ ਤਾਂ ਜੀ ਚੰਨੇ ਪਰ ਘਿਓ ਪੀ ਲੈਂਦੇ ਸੀ। ਹਾਂਜੀ, ਹਨਾ, ਤੁਸੀਂ ਕਹਿੰਦੇ ਦੇਸੀ ਘਿਓ ਨਾ ਖਾਓ, ਅਸੀਂ ਦੁੱਧ ਦੀਆਂ ਬਾਲਟੀਆਂ ਨੂੰ ਮੂੰਹ ਲਾ ਕੇ ਲੋਕ ਦੁੱਧ ਪੀ ਜਾਂਦੇ। ਹਾਂਜੀ,
ਕਈ ਲੋਕ ਤਾਂ ਮੱਝ ਚੋਂਦੇ ਅੱਧੀ ਬਾਲਟੀ ਦੁੱਧ ਐਂ ਸਿੱਧਾ ਹੀ ਪੀ ਜਾਂਦੇ ਸੀ, ਬਿਲਕੁਲ ਪੀਂਦੇ ਸੀ ਜੀ। ਮਤਲਬ ਹੁਣ ਸਵਾਲ ਇਹ ਵੀ ਉਹ ਵਿਰਾਸਤ ਅਸੀਂ ਯਾਦ ਰੱਖੀ, ਪਰ ਉਹ ਲੋਕ ਕੰਮ ਕਿੰਨਾ ਕਰਦੇ ਸੀ ਉਹ ਤਾਂ ਤੁਸੀਂ ਭੁੱਲ ਗਏ। ਬਿਲਕੁਲ ਜੀ। ਅਗਰ ਤੁਸੀਂ 8-10 ਘੰਟੇ ਧੁੱਪ 'ਚ ਪਸੀਨਾ ਬਹਾਉਂਦੇ ਹੋ, ਜ਼ੋਰ ਦਾ ਕਹੀ ਦਾ ਕੰਮ ਕਰਦੇ ਹੋ, ਹਲ ਵਾਹੁੰਦੇ ਹੋ ਜਾਂ ਮਤਲਬ ਹੱਥੀਂ ਕੰਮ ਕਰਦੇ ਹੋ, ਤਾਂ ਦੁੱਧ ਕਿਆ ਤੁਸੀਂ ਪੱਤਰ ਖਾਓਗੇ ਕਹਿੰਦੇ ਹੁੰਦੇ, ਉਹ ਵੀ ਹਜਮ ਹੋ ਜਾਂਦੇ। ਸਹੀ ਕਿਹਾ। ਮਤਲਬ ਕੀ ਹੈ ਵੀ ਅਸੀਂ ਦੁੱਧ, ਘਿਓ ਜਾਂ ਐਨੀਮਲ ਫੂਡ ਹੈ ਜਿਹੜਾ ਨਾ ਪਸ਼ੂਆਂ ਤੋਂ ਆਉਣ ਵਾਲਾ ਖਾਣਾ, ਉਹ ਤਾਂ ਹੀ ਤੁਹਾਨੂੰ ਡਾਈਜੈਸਟ ਹੋ ਸਕਦਾ ਅਗਰ ਤੁਸੀਂ 7-8 ਘੰਟੇ ਧੁੱਪ 'ਚ ਕੰਮ ਕਰਦੇ, ਮਿਹਨਤ ਕਰਨੀ ਹੈ ਜੀ, ਮਿਹਨਤ ਕਰਦੇ, ਪਸੀਨਾ ਬਹਾਉਂਦੇ ਹੋ। ਸਹੀ ਕਿਹਾ। ਤੇ ਅਸੀਂ ਉਹ ਵਿਰਾਸਤ ਜਿਹੜੀ ਖਾਣ ਪੀਣ ਵਾਲੀ ਹੈ ਵੀ ਪਰੌਂਠੇ ਵੀ ਖਾਣੇ ਆ, ਦੇਸੀ ਘਿਓ ਨਾਲ ਗੁੜ 'ਚ ਕਰਕੇ ਖਾਣੇ ਆ, ਤੇ ਉਹ ਸਾਰਾ ਕੁਝ ਤਾਂ ਅਸੀਂ ਕਾਇਮ ਰੱਖਿਆ ਹੋਇਆ, ਲੇਕਿਨ ਕੰਮ ਅਸੀਂ ਸਾਰੇ ਛੱਡ ਦਿੱਤੇ। ਪਸੀਨਾ ਆਉਣ ਹੀ ਨਹੀਂ ਦਿੰਦੇ। ਜਦੋਂ ਏਸੀ ਕਾਰ 'ਚ ਬਹਿ ਜਾਂਦੇ ਆ, ਫਿਰ ਏਸੀ ਆਫਿਸ 'ਚ ਬਹਿ ਜਾਂਦੇ, ਫਿਰ ਏਸੀ ਘਰ 'ਚ ਚਲੇ ਜਾਂਦੇ ਆ। ਤੇ ਕੁਛ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਧੁੱਪ ਦਾ ਸਰੀਰ ਨੂੰ ਲੱਗਣ ਹੀ ਨਹੀਂ ਦਿੰਦੇ, ਜਮਾ ਨਹੀਂ ਲੱਗਣ ਦਿੰਦੇ ਜੀ। ਸਹੀ ਕਿਹਾ ਹੈ ਨਾ, ਬਿਲਕੁਲ। ਤੇ ਤੁਸੀਂ ਜਿੰਨਾ ਨੇਚਰ ਤੋਂ ਮਤਲਬ ਪੁਰਾਣੀ ਗੱਲ ਦੇਖੋ ਨਾ, ਦੇਖ ਥੱਲੇ ਮੰਜਾ ਡਾਇਆ, ਟਾਹਲੀ ਥੱਲੇ ਮੰਜਾ ਡਾਇਆ, ਪਸੀਨਾ ਆ ਹੀ ਜਾਂਦਾ, ਕੱਪੜਾ ਜਿਹਾ ਲੈ ਕੇ ਚੱਲ ਮਾਰੀ ਜਾਂਦੇ ਨੇ, ਏਦਾਂ ਹੀ ਚੱਲੀ ਜਾਂਦਾ ਸੀ। ਬਿਲਕੁਲ ਜੀ। ਪੱਖਾ ਵੀ ਨਹੀਂ ਸੀ, ਏਸੀ ਦੀ ਗੱਲ ਦੂਰ ਦੀ ਗੱਲ ਹੈ। ਜਿਵੇਂ ਤੁਸੀਂ ਉਦੋਂ ਦੱਸਦੇ ਸੀ, ਮੈਨੂੰ ਵੀ ਯਾਦ ਹੈ ਜੀ, ਪੱਗ ਰੱਖੀ ਹੁੰਦੀ ਸੀ, ਮੈਂ ਵਿਹੜੇ 'ਚ ਸੌਣਾ, ਪੱਗ ਗਿੱਲੀ ਕਰਕੇ ਉੱਪਰ ਲੈ ਲੈਣੀ, ਮਾੜੀ ਮੋਟੀ ਹਵਾ ਚੱਲਣੀ, ਤੇ ਨੀਂਦ ਆ ਜਾਂਦੀ ਸੀ, ਥੱਕੇ ਟੁੱਕੇ ਹੁੰਦੇ ਸੀ, ਨੀਂਦ ਬੜੀ ਸੋਹਣੀ ਆ ਜਾਂਦੀ, ਸੱਚੀ ਗੱਲ ਹੈ। ਤੇ ਇਸ ਕਰਕੇ ਅਸਲ 'ਚ ਸਾਡਾ ਜਿਹੜਾ ਸਰੀਰਕ ਕੰਮ ਹੈ ਤੇ ਸਾਡਾ ਖਾਣਾ, ਉਹਦੇ 'ਚ ਇੱਕ ਬੈਲੈਂਸ ਜਿਹੜਾ ਸਾਨੂੰ ਰੱਖਣਾ ਪਊਗਾ ਜੀ। ਤੇ ਜਿਹੜੀ ਇਹ ਭਾਰ ਘਟਾਉਣ ਵਾਲੀ ਗੱਲ ਹੈ,